ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ YouTube ਚੈਨਲ ਅਕਾਲ ਆਡੀਓ ਬੁੱਕਸ। ਮੈਂ ਸੰਦੀਪ ਸਿੰਘ ਲੈ ਕੇ ਹਾਜ਼ਰ ਹਾਂ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ। ਅੱਜ ਕਰਾਂਗੇ 5ਵੇਂ ਅਧਿਆਇ ਦੀ ਸ਼ੁਰੂਆਤ, ਜਿਸ ਦਾ ਨਾਮ ਹੈ ਯਾਸਾ ਤੇ ਗੁਰੂ ਅਰਜਨ। ਜੇਕਰ ਪਿਛਲੇ ਅਧਿਆਇ ਦੀ ਗੱਲ ਕਰੀਏ ਤਾਂ ਪਿਛਲੇ ਅਧਿਆਇ ਵਿੱਚ ਲੇਖਕ ਨੇ ਉਹਨਾਂ ਵਿਦਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਗੁਰੂ ਨਾਨਕ ਪਾਤਸ਼ਾਹ ਦੀ ਤੁਲਨਾ ਮਾਰਟਨ ਲੂਥਰ ਦੇ ਨਾਲ ਕਰਦੇ ਹਨ। ਲੇਖਕ ਨੇ ਬਹੁਤ ਹੀ ਬਰੀਕੀ ਨਾਲ ਦੋਹਾਂ ਸ਼ਖਸੀਅਤਾਂ ਵਿੱਚ ਜੋ ਅੰਤਰ ਹੈ ਉਸ ਸੰਬੰਧੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਹੁਣ 5ਵੇਂ ਅਧਿਆਇ ਦੀ ਸ਼ੁਰੂਆਤ ਕਰਦੇ ਹਾਂ, ਜੋ ਕਿ ਜੁੜਿਆ ਹੋਇਆ ਹੈ ਯਾਸਾ ਤੇ ਗੁਰੂ ਅਰਜਨ ਦੇ ਨਾਲ। ਗੁਰੂ ਅਰਜਨ ਬਾਬਤ ਮੁਗਲ ਸ਼ਹਿਨਸ਼ਾਹ ਜਹਾਂਗੀਰ ਨੇ ਆਪਣੀ ਡਾਇਰੀ ਤੌਜ਼ੀਕ ਜਹਾਂਗੀਰ ਦੇ ਵਿੱਚ ਇਉਂ ਲਿਖਿਆ ਹੈ, ਦਰ ਗੋਇੰਦਵਾਲ ਕੇ ਪਰ ਕਿਨਾਰੇ ਦਰਿਆਏ ਬਿਹਾਰ ਵਾਕੇ ਅਸਤ ਹਿੰਦੂਏ ਬੂਦ ਅਰਜਨ ਨਾਮ ਦਰ ਲਿਬਾਸੋ ਪੀਰੀਓ ਸ਼ੇਖੀ ਚੁਨਾਚਨੀ ਬਿਸਿਆਰੇ ਅਜ਼ ਸਾਦਾ ਲੋਹਾਨੇ हनूद बल्कि नदानो सफियाने इस्लाम रे मुकद्दे अतवारो ओजाए खुद साख्ता कुसे पीरियो वलायत रा बुलंद आवाजा गादियाना सूद उरा गुरु में गुफ्तंद अज अतराफो जवानिन गुलानो गुल परसता बदू रजूहू अवरुदा एहतकादे तमाम बू अजहार मी करदन आज शी जहार पोस्ट की दुकान रा गरम मी दस्तार मुद्दता बख्तार में कुछ सत की ई दुकानी बातल रा पर तरवा मी बायात साकत या उरा दर जिगराए आहली इस्लाम दर बायोद अवरूद ता आकी दर आयाम खुसरो दरी रहा अबूर मनी मूद ई मर्द को मजहूल इरादा कद ई मुलाजमते उरा दरियाबद दर मंजिले के जाव मुकामे ऊ बऊद खुसरो रा नजूल उफ्ताद आमदा ऊ रादी व बहाजे मुकादमो फरा याफता बहु रसानीद एव बरपेशनेई ऊ अगोस्ते अज जाहिर फरान ई ब इस्तलाहे हिंदुआ कसका गोइंद बाका रा सगून में दानन चूई मुकदमा बस माहे जाहो जलाल मर्शीद अव बुतलाने उरा बवजा अकमल में दानस्तम अमर करदम की उरा हाजर साखंद वी मुसाकिन वी मनाजल वी फर्जदाने उरा ब मुर्तजा खा आयत नमूदम अब असबालो अमवालो उरा बकद्दे जब्त दर अवर्धा फदूमम की उरा ब सियासत ब जासा रसानम। जहांगीर दे इस हुक्म के गुरु अर्जन नूं यासा अनुसार दंड दिता जावे दे की अर्थ हन। तोसकी जहांगीर दे उलथाउण वालियां ਅਤੇ ਸਿੱਖ ਤਵਾਰੀਖ ਦੇ ਲਿਖਾਰੀਆਂ ਨੇ ਯਾਸਾ ਦਾ ਅਰਥ ਤਸੀਹਾ ਜਾਂ ਤਸੀਹੇ ਹੀ ਕੀਤਾ ਹੈ ਅਤੇ ਇਹੋ ਕਿਹਾ ਗਿਆ ਹੈ ਕਿ ਯਾਸਾ ਤੁਰਕੀ ਬੋਲੀ ਦਾ ਸ਼ਬਦ ਹੈ। ਇਸ ਦੇ ਕੀ ਅਰਥ ਹਨ? ਤਸੀਹਾ, ਦੁੱਖ, ਸਰੀਰਕ ਕਸ਼ਟ ਆਦਿ। ਇਹ ਗੱਲ ਕੇਵਲ ਫਾਰਸੀ ਬੋਲੀ ਦੀਆਂ ਡਿਕਸ਼ਨਰੀਆਂ ਅਤੇ ਕੋਸ਼ਾਂ ਦੇ ਆਧਾਰ ਉੱਤੇ ਹੀ ਮਿਥ ਲਈ ਗਈ ਹੈ। ਇਹ ਨਹੀਂ ਵਿਚਾਰਿਆ ਗਿਆ ਕਿ ਤੁਰਕੀ ਜਾਂ ਵਾਸਤਵ ਦੇ ਵਿੱਚ ਮੰਗੋਲੀ ਭਾਸ਼ਾ ਦਾ ਸ਼ਬਦ ਯਾਸਾ ਫਾਰਸੀ ਬੋਲੀ ਵਿੱਚ ਆਉਣ ਤੋਂ ਪਹਿਲਾਂ ਕੀ ਅਰਥ ਰੱਖਦਾ ਸੀ।
ਇਹ ਨਹੀਂ ਸੋਚਿਆ ਗਿਆ ਕਿ ਤੋਜ਼ੀਕੇ ਜਹਾਂਗੀਰ ਦੇ ਲਿਖਣ ਵਾਲਾ ਇੱਕ ਮੰਗੋਲ ਨਸਲ ਦਾ ਸ਼ਹਿਨशाह ਹੈ ਅਤੇ ਯਾਸਾ ਸ਼ਬਦ ਮੰਗੋਲ ਸ਼ਹਿਨशाहियत ਤੇ ਉਸਦੇ ਆਦਰਸ਼ਾਂ ਦਾ ਧਰੁਵਾ ਹੈ ਅਤੇ ਇਸ ਲਈ ਜਹਾਂਗੀਰ ਦੇ ਲਿਖੇ ਹੋਏ ਯਾਸਾ ਦੇ ਅਰਥ ਉਹੀ ਹੋ ਸਕਦੇ ਹਨ ਜੋ ਮੰਗੋਲ ਸ਼ਹਿਨशाह ਸਮਝ ਰਹੇ ਹਨ। ਇਸ ਭੁਲੇਖੇ ਕਾਰਨ ਇਹ ਮੰਨ ਲਿਆ ਗਿਆ ਹੈ ਕਿ ਸ਼ਹਿਨशाह ਜਹਾਂਗੀਰ ਦਾ ਸ਼ਾਹੀ ਹੁਕਮ ਗੁਰੂ ਅਰਜਨ ਬਾਰੇ ਇਹੀ ਸੀ ਕਿ ਗੁਰੂ ਨੂੰ ਅੱਤ ਦੇ ਸਰੀਰਕ ਕਸ਼ਟ ਦੇ ਕੇ ਮਾਰ ਦਿੱਤਾ ਜਾਵੇ। ਇਹ ਸ਼ਾਹੀ ਹੁਕਮ ਸਰਕਾਰੀ ਅਹਿਲਕਾਰ ਮੁਲਤਜ਼ਾ ਖਾਨ ਦੇ ਨਾਮੇ ਜਾਰੀ ਹੋਇਆ ਅਤੇ ਸਮਕਾਲੀ ਜਾਂ ਪਿਛਲਰੇ ਸਿੱਖ ਤਵਾਰੀਖ ਦੇ ਲਿਖਾਰੀਆਂ ਦੇ ਲਿਖੇ ਅਨੁਸਾਰ ਸਰਕਾਰੀ ਮੁਨਸ਼ੀ ਖਾਨੇ ਦੇ ਕਿਸੇ ਕਲਰਕ ਜਾਂ ਦੀਵਾਨ ਚੰਦੂ ਸ਼ਾਹ ਨਾਮੀ ਨੇ, ਜਿਸ ਦਾ ਕਿ ਗੁਰੂ ਅਰਜਨ ਨਾਲ ਘਰੋਗੀ ਝਗੜਾ ਸੀ, ਗੁਰੂ ਸਾਹਿਬ ਨੂੰ ਅੱਤ ਦੇ ਤਸੀਹੇ ਦੇ ਕੇ ਲਾਹੌਰ ਵਿੱਚ ਸ਼ਹੀਦ ਕਰ ਦਿੱਤਾ। ਤੋਜ਼ਕੀ ਜਹਾਂਗੀਰ ਦੀ ਉੱਪਰ ਦਿੱਤੀ ਲਿਖਤ ਦੇ ਪ੍ਰਗਟ ਹੋਣ ਤੋਂ ਪਹਿਲਾਂ ਤਾਂ ਸਿੱਖ ਤਵਾਰੀਖ ਦੇ ਲਿਖਾਰੀਆਂ ਤੇ ਪੜਨ ਵਿਚਾਰਨ ਵਾਲਿਆਂ ਅਤੇ ਸਿੱਖਾਂ ਦਾ ਇਹੋ ਪਰਪੱਕ ਵਿਸ਼ਵਾਸ ਸੀ ਜੋ ਗੁਰੂ ਅਰਜਨ ਨੂੰ ਸ਼ਹੀਦ ਕਰਨ ਦੀ ਸਾਰੀ ਜ਼ਿੰਮੇਵਾਰੀ ਦੀਵਾਨ ਚੰਦੂ ਸ਼ਾਹ ਉੱਤੇ ਹੈ ਅਤੇ ਮੁਗਲ ਹਕੂਮਤ ਦਾ ਇਸ ਸਾਕੇ ਵਿੱਚ ਸਿੱਧਾ ਜਾਂ ਵਿੰਗਾ ਕੋਈ ਹੱਥ ਨਹੀਂ ਸੀ। ਕਾਰਨ ਇਸ ਸਾਕੇ ਦਾ ਚੰਦੂ ਸ਼ਾਹ ਦੀ ਗੁਰੂ ਅਰਜਨ ਤੋਂ ਘਰੋਗੀ ਝਗੜਿਆਂ ਦਾ ਬਦਲਾ ਲੈਣ ਦੀ ਇੱਛਾ ਮੰਨ ਲਈ ਗਈ ਸੀ ਤੇ ਬਸ ਇਹ ਹੁਣ ਸਪਸ਼ਟ ਹੈ ਜੋ ਗੁਰੂ ਅਰਜਨ ਦੀ ਸ਼ਹੀਦੀ ਦੇ ਸਾਕੇ ਬਾਰੇ ਇਹ ਭੁਲੇਖਾ ਸਿੱਖ ਸੰਗਤਾਂ ਦੇ ਵਿੱਚ ਮੁੱਢੋਂ ਹੀ ਨਹੀਂ ਸੀ, ਕਿਤੇ ਪਿੱਛੋਂ ਜਾ ਕੇ ਪਾਇਆ ਜਾਂ ਪਿਆ ਜਾਪਦਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੋਂ ਦੇ ਸਮੇਂ ਵਿੱਚ ਬੰਸਾਵਲੀ ਨਾਮਾ ਲਿਖਣ ਵਾਲਾ ਕੇਸਰ ਸਿੰਘ ਛਿੱਬਰ ਇਸ ਗੱਲ ਨੂੰ ਜਾਣਦਾ ਸੀ ਕਿ ਗੁਰੂ ਦੀ ਸ਼ਹੀਦੀ ਵਿੱਚ ਮੁਗਲ ਹਕੂਮਤ ਦਾ ਹੱਥ ਹੈ। ਉਹ ਕਹਿੰਦਾ ਹੈ, ਖੱਖੇ ਦਾ ਖੱਖਾ ਵੈਰੀ ਮੁੱਢ ਤੋਂ ਹੀ ਹੁੰਦਾ ਆਇਆ, ਆਪਣਿਆਂ ਨੇ ਧਰੋ ਕੀਤਾ, ਮੁਗਲਾਂ ਨੇ ਵੈਰ ਕਮਾਇਆ, ਕਿਸੇ ਹਿੰਦੂ ਨੇ ਹਾ ਨਾ ਮਾਰੀ, ਕਿਸੇ ਸਿੱਖ ਨੇ ਬਦਲਾ ਨਾ ਚਾਹਿਆ। ਛਿੱਬਰ ਗੁਰੂ ਰਾਮਦਾਸ ਦੇ ਪੁੱਤਰ ਪ੍ਰੀਤੀ ਚੰਦ ਅਤੇ ਮੁਗਲ ਸ਼ਹਿਨशाह ਜਹਾਂਗੀਰ ਦੇ ਇਸ ਸਾਕੇ ਵਿੱਚ ਹੱਥ ਹੋਣ ਬਾਬਤ ਖੁੱਲੇ ਇਸ਼ਾਰੇ ਕਰਦਾ ਹੈ। ਜਾਪਦਾ ਹੈ ਜੋ ਪਿੱਛੇ ਜਾ ਕੇ ਕਿਸੇ ਕਾਰਨ ਇਹ ਭੁਲੇਖਾ ਪੈ ਗਿਆ ਅਤੇ ਪੱਕਾ ਹੋ ਗਿਆ ਹੈ ਕਿ ਗੁਰੂ ਅਰਜਨ ਨੂੰ ਸ਼ਹੀਦ ਕਰਨ ਦਾ ਕਾਰਨ ਅਤੇ ਕਰਤਾ ਕੇਵਲ ਦੀਵਾਨ ਚੰਦੂ ਸ਼ਾਹ ਹੀ ਸੀ, ਜਦੋਂ ਕਿ ਤੋਜ਼ਕੀ ਜਹਾਂਗੀਰੀ ਦੇ ਵਿੱਚ ਸ਼ਹਿਨशाह ਜਹਾਂਗੀਰ ਬਾਰੇ ਇਹ ਪਤਾ ਲੱਗਾ ਕਿ ਉਸਨੇ ਆਪੂ ਮੰਨ ਲਿਆ ਕਿ ਗੁਰੂ ਅਰਜਨ ਦੀ ਸ਼ਹੀਦੀ ਦਾ ਹੁਕਮ ਉਸਨੇ ਆਪ ਜਾਰੀ ਕੀਤਾ ਸੀ। ਨਾਲ ਹੀ ਇਹ ਵੀ ਪ੍ਰਮਾਣ ਕਰ ਲਿਆ ਗਿਆ ਕਿ ਇਸ ਹੁਕਮ ਦੇਣ ਦਾ ਕਾਰਨ ਦੀਨੀ ਤਵਸਬ ਸੀ ਅਤੇ ਬਹਾਨਾ ਸ਼ਹਿਜ਼ਾਦਾ ਖੁਸਰੋ ਦੀ ਬਗਾਵਤ ਵਿੱਚ ਗੁਰੂ ਅਰਜਨ ਦਾ ਸ਼ਹਿਜ਼ਾਦੇ ਨੂੰ ਆਸ਼ੀਰਵਾਦ ਦੇਣਾ ਬਣਾਇਆ ਗਿਆ ਸੀ। ਆਧੁਨਿਕ ਸਿੱਖ ਤਵਾਰੀਖਕਾਰ ਇਹ ਸਿੱਧ ਕਰਨ ਦਾ ਯਤਨ ਕਰਦੇ ਹਨ ਕਿ ਵਾਸਤਵ ਵਿੱਚ ਗੁਰੂ ਅਰਜਨ ਨੇ ਸ਼ਹਿਜ਼ਾਦਾ ਖੁਸਰੋ ਦੀ ਬਗਾਵਤ ਵਿੱਚ ਕੋਈ ਸਹਾਇਤਾ ਨਹੀਂ ਸੀ ਕੀਤੀ, ਕੇਵਲ ਇੱਕ ਭੁੱਖੇ ਅਤਿਥੀ ਨੂੰ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦ ਛਕਾਇਆ ਸੀ, ਜਿਸ ਦਾ ਕਿ ਸ਼ਹਿਜ਼ਾਦੇ ਨੇ ਬਗਾਵਤ ਜਾਂ ਉਸ ਸਮੇਂ ਦੇ ਰਾਜਨੀਤਿਕ ਝਗੜਿਆਂ ਨਾਲ ਕੋਈ ਸਬੰਧ ਨਹੀਂ ਸੀ। ਮੁਗਲ ਸ਼ਹਿਨशाह ਨੇ ਐਵੇਂ ਦੀਨੀ ਪੱਖਪਾਤ ਅਤੇ ਮੁਸਲਮਾਨੀ ਤਸੱਬਬ ਦੇ ਕਾਰਨ ਸ਼ਹਿਜ਼ਾਦਾ ਖੁਸਰੋ ਨੂੰ ਬਗਾਵਤ ਦੇ ਵਿੱਚ ਸਹਾਇਤਾ ਦੇਣ ਦੀ ਝੂਠੀ ਉਂਝ ਲਾ ਕੇ ਗੁਰੂ ਨੂੰ ਸ਼ਹੀਦ ਕਰਵਾ ਦਿੱਤਾ। ਇਹ ਸਿਧਾਂਤ ਵੀ ਸਰਬ ਦਾ ਸਹੀ ਨਹੀਂ ਜਾਪਦਾ। ਇੱਕ ਤੋਂ ਵੱਧ ਦਲੀਲਾਂ ਇਸ ਕਿੰਤੂ ਪਰੰਤੂ ਦੀ ਪੁਸ਼ਟੀ ਵਿੱਚ ਦਿੱਤੀਆਂ ਜਾ ਸਕਦੀਆਂ ਹਨ। ਸ਼ਹਿਨशाह ਜਹਾਂਗੀਰ ਆਪੁੱਤਰਾ ਅਤੇ ਪ੍ਰਭੂ ਸੱਤਾ ਵਾਲਾ ਰਾਜਾ ਸੀ। ਜੇ ਉਹ ਗੁਰੂ ਅਰਜਨ ਨੂੰ ਇਸ ਕਸੂਰ ਬਦਲੇ ਮਰਵਾ ਦੇਣਾ ਚਾਹੁੰਦਾ ਕਿ ਉਸਨੇ ਪੀਰੀ ਮੁਰੀਦੀ ਦੀ ਝੂਠੀ ਦੁਕਾਨ ਚਲਾਈ ਹੋਈ ਹੈ, ਜਿਸ ਨਾਲ ਮੁਸਲਮਾਨ ਵੀ ਗੁੰਮਰਾਹ ਹੋ ਰਹੇ ਹਨ, ਤਾਂ ਉਸਦੇ ਰਾਹ ਵਿੱਚ ਕੋਈ ਰੋਕ ਨਹੀਂ ਸੀ। ਕਿਸੇ ਮੁਸਲਮਾਨ ਨੂੰ ਗੁੰਮਰਾਹ ਕਰਕੇ ਕੁਫਰ ਦੇ ਰਾਹ ਉੱਤੇ ਪਾਉਣਾ ਮੁਸਲਮਾਨੀ ਸ਼ਰੀਅਤ ਦੇ ਕਾਨੂੰਨ ਦੇ ਅਨੁਸਾਰ ਆਪੋ ਇੱਕ ਅਜਿਹਾ ਜੁਰਮ ਹੈ ਜਿਸ ਦੀ ਸਜ਼ਾ ਇਸਲਾਮੀ ਰਾਜ ਵਿੱਚ ਮੌਤ ਤੋਂ ਹੇਠਾਂ ਨਹੀਂ ਦਿੱਤੀ ਜਾ ਸਕਦੀ, ਅਤੇ ਇਹ ਜੁਰਮ ਗੁਰੂ ਅਰਜਨ ਦਾ ਸਪਸ਼ਟ ਹੀ ਸੀ। ਕਿਉਂ ਜਹਾਂਗੀਰ ਨੇ ਗੁਰੂ ਅਰਜਨ ਨੂੰ ਖੁਸਰੋ ਦੀ ਸਹਾਇਤਾ ਦੇਣ ਬਦਲੇ ਝੂਠੀ ਉਂਝ ਲਾਉਣ ਤੋਂ ਪਹਿਲਾਂ ਹੀ ਸ਼ਹੀਦ ਨਾ ਕਰਵਾ ਦਿੱਤਾ। ਹਿੰਦੂਆਂ ਜਾਂ ਸਿੱਖਾਂ ਦੀ ਲੋਕ ਰਾਏ ਦਾ ਤਾਂ ਉਸ ਨੂੰ ਕੋਈ ਪੈ ਹੈ ਹੀ ਨਹੀਂ ਸੀ, ਅਤੇ ਇਸਲਾਮੀ ਲੋਕ ਰਾਏ ਨੇ
ਅਜਿਹਾ ਸਾਕ ਸਰਹਾ ਦੇ ਕਾਨੂੰਨ ਹੇਠਾਂ ਵਰਤਾਉਣ ਉੱਤੇ ਜਹਾਂਗੀਰ ਨੂੰ ਪ੍ਰਸ਼ੰਸਾ ਹੀ ਦੇਣੀ ਸੀ। ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਤੋਜ਼ਕੀ ਦੇ ਵਿੱਚ ਗੁਰੂ ਅਰਜਨ ਬਾਬਤ ਇਹ ਸਤਰਾਂ ਲਿਖਣ ਵਾਲੇ ਜਹਾਂਗੀਰ ਕੋਈ ਪ੍ਰਚਾਰ ਜਾਂ ਪ੍ਰੋਪੇਗੰਡਾ ਨਹੀਂ ਸੀ ਕਰ ਰਿਹਾ, ਸਗੋਂ ਜੋ ਕੁਝ ਉਹ ਸਹੀ ਸਮਝਦਾ ਤੇ ਮੰਨਦਾ ਸੀ, ਇਨ ਬਿਨ ਉਹੀ ਆਪਣੀ ਡਾਇਰੀ ਵਿੱਚ ਲਿਖ ਰਿਹਾ ਸੀ, ਜਿਹੜੀ ਡਾਇਰੀ ਜਾਂ ਤੋਜ਼ਕੀ ਉਸਦੇ ਮਰਨ ਪਿੱਛੋਂ ਸ਼ਾਹੀ ਤੋਸ਼ੇਖਾਨੇ ਜਾਂ ਪੁਸਤਕਾਲੇ ਦੇ ਵਿੱਚ ਹੀ ਪਈ ਰਹਿਣੀ ਸੀ। ਲੋਕਾਂ ਸਾਹਮਣੇ ਇਸ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ ਅਤੇ ਨਾ ਹੀ ਇਸ ਦੀ ਕੋਈ ਲੋੜ ਸੀ। ਕਿਵੇਂ ਵੀ ਵਿਚਾਰੋ, ਇਹ ਮੰਨਣਾ ਹੀ ਪਵੇਗਾ ਕਿ ਜਹਾਂਗੀਰ ਨੇ ਜੋ ਕੁਝ ਗੁਰੂ ਅਰਜਨ ਬਾਬਤ ਅਤੇ ਉਹਨਾਂ ਦੀ ਸ਼ਹੀਦੀ ਦੇ ਕਾਰਨਾਂ ਬਾਬਤ ਆਪਣੀ ਤੋਜ਼ਕੀ ਦੇ ਵਿੱਚ ਲਿਖਿਆ ਹੈ, ਉਹ ਕੁਝ ਹੈ ਜਿਸ ਨੂੰ ਕਿ ਜਹਾਂਗੀਰ ਆਪ ਠੀਕ ਸਮਝਦਾ ਤੇ ਮੰਨਦਾ ਸੀ। ਹਾਂ, ਉਸ ਨੂੰ ਆਪ ਕੋਈ ਭੁਲੇਖਾ ਸਹੀ ਹਾਲਤ ਬਾਰੇ ਲੱਗ ਗਿਆ ਹੋਵੇ ਜਾਂ ਲਗਾ ਦਿੱਤਾ ਗਿਆ ਹੋਵੇ, ਇਹ ਵੀ ਸੰਭਵ ਹੈ। ਇਹ ਮੰਨਣਾ ਅਯੋਗ ਜਾਪਦਾ ਹੈ ਕਿ ਜਹਾਂਗੀਰ ਨੇ ਜਾਣ-ਬੁੱਝ ਕੇ ਝੂਠੀ ਉਂਝ ਗੁਰੂ ਬਾਬਤ ਕੜੀ ਜਾਂ ਕੜਵਾਈ ਤੇ ਇਉਂ ਗੁਰੂ ਨੂੰ ਰਾਜਨੀਤਿਕ ਬਹਾਨਾ ਬਣਾ ਕੇ ਸ਼ਹੀਦ ਕਰਵਾ ਦਿੱਤਾ, ਇਸ ਲਈ ਜੋ ਇਸਲਾਮ ਦੇ ਰਾਹ ਵਿੱਚੋਂ ਇੱਕ ਕੰਡਾ ਨਿਕਲ ਜਾਵੇ। ਇਸ ਲਈ ਨਹੀਂ ਕਿ ਜਹਾਂਗੀਰ ਆਤਮਿਕ ਨਿਰਮਲਤਾ ਦੀ ਕਿਸੇ ਅਜਿਹੀ ਉੱਚ ਪੱਧਰੀ ਉੱਤੇ ਸੀ ਕਿ ਉਹ ਰਾਜਨੀਤਿਕ ਝੂਠ ਬੋਲ ਜਾਂ ਬੁਲਵਾ ਨਹੀਂ ਸੀ ਸਕਦਾ, ਸਗੋਂ ਇਸ ਲਈ ਕਿ ਰਾਜਨੀਤਿਕ ਨੁਕਤੇ ਤੋਂ ਅਜਿਹੀ ਝੂਠੀ ਉਂਝ ਲਾਉਣ ਦੇ ਸਮੇਂ ਨੂੰ ਉਡੀਕਣ ਦੀ ਕੋਈ ਲੋੜ ਨਹੀਂ ਸੀ। ਜੇ ਜਹਾਂਗੀਰ ਨਿਰੋਲ ਸ਼ਰਾਹਾ ਨੂੰ ਵਰਤਦਾ ਅਤੇ ਆਪਣੇ ਰਾਜ ਸ਼ਾਸਨ ਦੇ ਵਿੱਚ ਪ੍ਰਧਾਨਤਾ ਦੇਣਾ ਚਾਹੁੰਦਾ ਤਾਂ ਗੁਰੂ ਅਰਜਨ ਨੂੰ ਪਹਿਲਾਂ ਹੀ ਸ਼ਰਾਹਾ ਦਾ ਕਾਨੂੰਨ ਵਰਤ ਕੇ ਸ਼ਹੀਦ ਕਰਵਾ ਦਿੰਦਾ ਅਤੇ ਇਉਂ ਉਸ ਸਮੇਂ ਦੇ ਰਾਜ ਪ੍ਰਭਾਵ ਅਤੇ ਲੋਕ ਨੀਤੀਆਂ ਦੇ ਖਿਆਲਾਂ ਅਨੁਸਾਰ ਇੱਥੇ ਉੱਥੇ ਦੋ ਹੀ ਥਾਈਂ ਅੱਲਾਹ ਅਤੇ ਉਸਦੇ ਭੇਜੇ ਹੋਏ ਰਸੂਲ ਦੀਆਂ ਖੁਸ਼ੀਆਂ ਦਾ ਅਧਿਕਾਰੀ ਬਣਦਾ, ਜਿਵੇਂ ਕਿ ਉਸਦੇ ਪੋਤਰੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਨੂੰ ਇਸਲਾਮੀ ਸ਼ਰਅ ਦੇ ਕਾਨੂੰਨ ਹੇਠਾਂ ਬਿਨਾਂ ਝਿਜਕ ਅਤੇ ਬਿਨਾਂ ਵਿਲੰਬ ਚਾਂਦਨੀ ਚੌਂਕ ਵਿੱਚ ਡੂਢ ਪਹਿਰ ਦਿਨ ਚੜੇ ਪਬਲਿਕ ਦੇ ਸਾਹਮਣੇ ਕਤਲ ਕਰਵਾ ਦਿੱਤਾ ਸੀ। ਭਾਵੇਂ ਜਹਾਂਗੀਰ ਆਪਣੀ ਤੋਜ਼ਕੀ ਦੇ ਵਿੱਚ ਮੰਨਦਾ ਹੈ ਕਿ ਉਹ ਗੁਰੂ ਘਰ ਦੀ ਪਸਰ ਰਹੀ ਕੀਰਤੀ ਅਤੇ ਗੁਰੂ ਅਰਜਨ ਦੇ ਨੀਤਾ ਪ੍ਰਤੀ ਵਧੇ ਆਤਮਿਕ ਪ੍ਰਤਾਪ ਨੂੰ ਪਸੰਦ ਨਹੀਂ ਸੀ ਕਰਦਾ ਅਤੇ ਇਹ ਇੱਛਾ ਵੀ ਰੱਖਦਾ ਸੀ ਕਿ ਕੋਈ ਮੌਕਾ ਬਣੇ ਤਾਂ ਇਸ ਝੂਠ ਦੀ ਦੁਕਾਨ ਗੁਰਗੱਦੀ ਦੇ ਧਾਰਮਿਕ ਪ੍ਰਚਾਰ ਨੂੰ ਬੰਦ ਕਰ ਦੇਵੇ, ਪਰ ਕਿਸੇ ਕਾਰਨ ਗੁਰੂ ਘਰ ਨੂੰ ਕੇਵਲ ਸ਼ਰਅ ਦੇ ਕਾਨੂੰਨ ਅਨੁਸਾਰ ਹੱਥ ਨਹੀਂ ਸੀ ਪਾਉਣਾ ਚਾਹੁੰਦਾ ਅਤੇ ਅਜਿਹਾ ਕੋਈ ਮੌਕਾ ਲੱਭਦਾ ਸੀ ਜਦੋਂ ਕਿ ਗੁਰੂ ਅਰਜਨ ਉੱਤੇ ਕੋਈ ਰਾਜਨੀਤਿਕ ਦੂਸ਼ਣ ਸਾਬਿਤ ਹੋ ਸਕੇ। ਇਹ ਮੰਨਣਾ ਕਠਿਨ ਹੋਵੇਗਾ ਕਿ ਜਹਾਂਗੀਰ ਕੋਈ ਰਾਜਨੀਤਿਕ ਉਂਝ ਗੁਰੂ ਉੱਤੇ ਲਗਾਉਣਾ ਚਾਹੁੰਦਾ ਸੀ। ਜੇ ਇਹ ਹੁੰਦਾ ਤਾਂ ਝੂਠੀ ਰਾਜਨੀਤਿਕ ਉਂਝ ਕਿਸੇ ਵੀ ਵੇਲੇ ਲਗਵਾਈ ਜਾ ਸਕਦੀ ਸੀ। ਸ਼ਹਿਨशाह ਦੇ ਇਸ਼ਾਰੇ ਕਰਨ ਦੀ ਹੀ ਲੋੜ ਸੀ। ਪ੍ਰਿਥਿਆ ਜਾਂ ਗੋਇੰਦਵਾਲ ਦੇ ਲਾਗੇ ਛਾਗੇ ਦੇ ਮੁੱਲਾ ਕਾਜ਼ੀ ਝੂਠੀਆਂ ਸੱਚੀਆਂ ਗਵਾਹੀਆਂ ਦੇਣ ਵਾਲੇ ਬਥੇਰੇ ਲੱਭ ਪੈਣੇ ਸੀ, ਪਰ ਅਜਿਹੀ ਇੱਛਾ ਸ਼ਹਿਨशाह ਦੀ ਕਿਸੇ ਵੇਲੇ ਵੀ ਸੀ। ਇਹ ਉੱਕਾ ਨਿਰਮੂਲ ਜਾਪਦਾ ਹੈ। ਇਹਨਾਂ ਵਿਚਾਰਾਂ ਤੋਂ ਸਿੱਧ ਇਹੀ ਹੁੰਦਾ ਹੈ ਕਿ ਪਹਿਲਾਂ ਜਹਾਂਗੀਰ ਗੁਰੂ ਅਰਜਨ ਨੂੰ ਇਸਲਾਮੀ ਸ਼ਰਅ ਦੇ ਕਾਨੂੰਨ ਹੇਠਾਂ ਸ਼ਹੀਦ ਨਹੀਂ ਸੀ ਕਰਵਾਉਣਾ ਚਾਹੁੰਦਾ। ਇਹ ਇਸ ਲਈ ਨਹੀਂ ਕਿ ਗੁਰੂ ਅਰਜਨ ਇਸਲਾਮੀ ਸ਼ਰਅ ਦੇ ਕਾਨੂੰਨ ਹੇਠਾਂ ਮ੍ਰਿਤਿੂ ਦੰਡ ਦੇ ਭਾਗੀ ਨਹੀਂ ਸਨ, ਸਗੋਂ ਇਸ ਕਾਰਨ ਕਿ ਜਹਾਂਗੀਰ ਤੇ ਰਾਜ ਸ਼ਾਸਨ ਦੀ ਇਹ ਨੀਤੀ ਨਿਸ਼ਚਿਤ ਨਹੀਂ ਸੀ ਹੋਈ ਕਿ ਹਿੰਦੁਸਤਾਨ ਦੇ ਵਿੱਚ ਰਾਜ ਦੀਆਂ ਨੀਹਾਂ 100% ਇਸਲਾਮੀ ਸ਼ਰਅ ਦੇ ਕਾਨੂੰਨ ਉੱਤੇ ਬਣਨੀਆਂ ਹਨ। ਦੂਜਾ, ਜਹਾਂਗੀਰ ਨੂੰ ਆਪਣੇ ਮਨ ਵਿੱਚ ਨਿਸ਼ਚਾ ਸੀ ਕਿ ਗੁਰੂ ਅਰਜਨ ਦੇ ਉਪਦੇਸ਼ ਪ੍ਰਚਾਰ ਅਤੇ ਕੰਮਕਾਰ ਅਜਿਹੇ ਇੰਦੀਏ ਅਤੇ ਰੂਪ ਦੇ ਹਨ ਕਿ ਕਿਸੇ ਨਾ ਕਿਸੇ ਵੇਲੇ ਉਹ ਸ਼ਰਅ ਦੇ ਕਾਨੂੰਨ ਤੋਂ ਬਗੈਰ ਨਿਰੋਲ ਰਾਜਨੀਤਿਕ ਕਾਨੂੰਨ ਦੀ ਪਕੜ ਵਿੱਚ ਆ ਜਾਣਗੇ ਅਤੇ ਅਜਿਹੇ ਸਮੇਂ ਦੀ ਜਹਾਂਗੀਰ ਉਡੀਕ ਵਿੱਚ ਹੀ ਸੀ ਜਦੋਂ ਕਿ ਸ਼ਹਿਜ਼ਾਦਾ ਖੁਸਰੋ ਦੀ ਬਗਾਵਤ ਵਾਲੀ ਘਟਨਾ ਵਾਪਰੀ। ਉਪਰੋਕਤ ਵਿਚਾਰਾਂ ਤੋਂ ਇਲਾਵਾ ਇਹਨਾਂ ਦੋਹਾਂ ਅਨੁਮਾਨਾਂ ਦੀ ਪੁਸ਼ਟੀ ਵਿੱਚ ਮੁਗਲ ਸਾਮਰਾਜ ਦੀ ਤਵਾਰੀਖ ਅਤੇ ਮੁਗਲਾਂ ਦੀ ਰਾਜਨੀਤਿਕ ਪਾਲਿਸੀ ਦਾ ਵਿਸ਼ਲੇਸ਼ਣ ਕਰਕੇ ਬੜੀਆਂ ਠੋਸ ਅਤੇ ਨਿੱਘਰ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ।
ਪਰ ਇਹ ਵਿਸ਼ਾ ਇਸ ਛੋਟੇ ਜਿਹੇ ਨਿਬੰਧ ਦਾ ਨਹੀਂ। ਭਾਰਤ ਵਿੱਚ ਮੁਗਲ ਸਾਮਰਾਜ ਦੀ ਤਵਾਰੀਖ ਦੇ ਕੁਝ ਸੂਝਵਾਨ ਵਿਦਿਆਰਥੀ ਇਹ ਭਲੀ ਪ੍ਰਕਾਰ ਜਾਣਦੇ ਹਨ ਕਿ ਬਾਬਰ ਤੋਂ ਪਹਿਲਾਂ ਭਾਰਤ ਵਿੱਚ ਮੁਸਲਮਾਨੀ ਸਲਤਨਤਾਂ ਅਤੇ ਵਿਜੇਈ ਹੁਕਮਰਾਨਾਂ ਦੀ ਰਾਜ ਸ਼ਾਸਨ ਦੀ ਨੀਂਹ ਇਸਲਾਮੀ ਸ਼ਰਅ ਦੇ ਕਾਨੂੰਨ ਨੂੰ ਕੇਂਦਰ ਮੰਨ ਕੇ ਬੰਨਣ ਦੇ ਯਤਨ ਹੁੰਦੇ ਰਹੇ ਸਨ। ਪਰ ਮੁਗਲਾਂ ਦੇ ਸਾਮਰਾਜ ਦੇ ਸਥਾਪਿਤ ਹੋਣ ਨਾਲ ਇਸ ਰਾਜ ਸ਼ਾਸਨ ਦਾ ਅੰਤਰਮੁਖੀ ਝੁਕਾਅ ਹਿੰਦੁਸਤਾਨ ਦੇ ਵਿੱਚ ਅਜਿਹਾ ਮਿਲਵਰਤਨੀ ਰਾਜ ਸਥਾਪਿਤ ਕਰਨ ਦਾ ਹੋ ਗਿਆ, ਜਿਸ ਵਿੱਚ ਕਿ ਹਿੰਦੂਆਂ ਨੂੰ ਤਲਵਾਰ ਜਾਂ ਇਸਲਾਮ ਕਬੂਲਣ ਤੋਂ ਬਗੈਰ ਵੀ ਨਾਗਰਿਕਤਾ ਦੇ ਅਧਿਕਾਰ ਪ੍ਰਾਪਤ ਹੋ ਸਕਣ। ਇਸ ਲੌਕਿਕ ਜਾਂ ਸੈਕੂਲਰ ਝੁਕਾਅ ਦੀ ਟੀਸੀ ਜਹਾਂਗੀਰ ਦੇ ਪਿਤਾ ਅਕਬਰ ਦੇ ਰਾਜ ਵਿੱਚ ਉਸਰੀ ਅਤੇ ਫਿਰ ਇਹ ਝੁਕਾਅ ਢਿੱਲਾ ਪੈਂਦਾ ਔਰੰਗ ਦੇ ਸਮੇਂ ਤੱਕ ਬਿਲਕੁਲ ਅਲੋਪ ਹੋ ਗਿਆ। ਭਾਰਤ ਵਿੱਚ ਮੁਗਲ ਰਾਜ ਦੀ ਰਾਜਨੀਤੀ ਇਹਨਾਂ ਦੋਹਾਂ ਰੁਚੀਆਂ ਦੀ ਟੱਕਰ ਦੇ ਆਧਾਰ ਉੱਤੇ ਚੱਲਦੀ ਰਹੀ ਅਤੇ ਇਉਂ ਹੀ ਠੀਕ ਸਮਝੀ ਜਾ ਸਕਦੀ ਹੈ। ਮੁਗਲ ਸ਼ਹਿਨਸ਼ਾਹ ਦੇ ਰਾਜ ਦਰਬਾਰ ਦੇ ਵਿੱਚ ਇਹ ਦੋਹਾਂ ਰੁਚੀਆਂ ਦੇ ਪ੍ਰਤੀਨਿਧ ਸਨ, ਰਾਜਪੂਤ ਅਤੇ ਉਲਮਾ। ਰਾਜਪੂਤਾਂ ਦੀ ਨੀਤੀ ਅਤੇ ਮੁਗਲ ਸਾਮਰਾਜ ਨਾਲ ਮਿਲਵਰਤਨ ਦੀ ਸ਼ਰਤ ਇਹੀ ਸੀ ਕਿ ਰਾਜ ਸ਼ਾਸਨ ਦੀ ਨੀਂਹ ਅਤੇ ਰਾਜਨੀਤੀ ਦਾ ਕੇਂਦਰ ਇਸਲਾਮੀ ਸ਼ਰਅ ਨਾ ਹੋਵੇ, ਸਗੋਂ ਇੱਕ ਸਾਂਝਾ ਜਿਹਾ ਮਿਲਵਰਤਨਤ ਪੱਖਪਾਤ ਤੋਂ ਰਹਿਤ ਮੁਸਲਮਾਨੀ ਨਾ ਹੋਵੇ, ਹਿੰਦੂ ਵੀ ਨਾ ਹੋਵੇ, ਸਗੋਂ ਹਿੰਦੁਸਤਾਨੀ ਜਿਹਾ ਰਾਜ ਪ੍ਰਬੰਧ ਅਤੇ ਰਾਜ ਸ਼ਾਸਨ ਪ੍ਰਚਲਿਤ ਕੀਤਾ ਜਾਵੇ, ਜਿਸ ਦੀ ਰਾਜਗੱਦੀ ਉੱਤੇ ਤੁਰਕਾਂ ਅਤੇ ਰਾਜਪੂਤਾਂ ਦੇ ਸਾਂਝੇ ਖੂਨ ਵਿੱਚੋਂ ਜਨਮਿਆ ਰਾਜ ਘਰਾਣਾ ਬੈਠਾ ਰਹੇ। ਇਸ ਦੇਸ਼ ਵਿੱਚ ਮੁਸਲਮਾਨ ਵੀ ਵਸਦੇ ਰਹਿਣ ਅਤੇ ਹਿੰਦੂ ਵੀ, ਅਤੇ ਦੋਵੇਂ ਆਪੋ ਆਪਣੇ ਧਰਮਾਂ ਉੱਤੇ ਬਿਨਾਂ ਰੋਕ ਟੋਕ ਦੇ ਚੱਲਦੇ ਰਹਿਣ। ਇਉਂ ਮੁਸਲਮਾਨ ਅਤੇ ਹਿੰਦੂ ਸੰਸਕ੍ਰਿਤੀ ਦਾ ਆਪਸੀ ਮੇਲ ਜੋਲ ਸਰਵ ਸਧਾਰਨ ਪੱਧਰ ਉੱਤੇ ਹੁੰਦਾ ਰਹੇ, ਪਰ ਹਿੰਦੂ ਸਮਾਜ ਦੀ ਰੂਪ ਰੇਖਾ ਤੇ ਬਣਤਰ ਨਾ ਬਦਲੇ ਅਤੇ ਹਿੰਦੂ ਸੰਸਕ੍ਰਿਤੀ ਤੇ ਹਿੰਦੂ ਧਰਮ ਦਾ ਮੁਹਾਂਦਰਾ ਬੇਸ਼ੱਕ ਬਦਲ ਜਾਵੇ, ਪਰ ਇਸ ਦੀ ਆਤਮਾ ਨਾ ਮਰੇ। ਕੁਝ ਇਹੋ ਜਿਹੇ ਵਿਚਾਰ ਤੇ ਸਿਧਾਂਤ ਨਿਰਸੰਦੇਹ ਰਾਜਾ ਮਾਨ ਸਿੰਘ ਜਿਹੇ ਲੋਕਾਂ ਦੇ ਸਨ। ਇਸ ਵਿਚਾਰਧਾਰਾ ਦੇ ਜਾਨੀ ਸ਼ਤਰੂ ਸਨ ਉਹ ਲੋਕ ਜੋ ਉਲਮਾ ਕਹਾਉਂਦੇ ਸਨ ਅਤੇ ਜੋ ਇੱਥੇ ਉੱਥੇ ਦੋਹਾਂ ਜਹਾਨਾਂ ਵਿੱਚ ਤਿੰਨ ਕਾਲ ਕਲਿਆਣਕਾਰੀ ਇਸਲਾਮ ਅਤੇ ਇਸਲਾਮੀ ਸ਼ਰਅ ਨੂੰ ਮੰਨਦੇ ਸਨ ਅਤੇ ਕਿਸੇ ਹੋਰ ਵਿਚਾਰਧਾਰਾ ਨੂੰ ਰਾਜ ਸ਼ਾਸਨ ਜਾਂ ਰਾਜਨੀਤੀ ਦੀ ਨੀਂਹ ਬਣਾਉਣ ਦਾ ਖਿਆਲ ਵੀ ਕਾਇਰਤਾ, ਕੁਰੀਤ, ਅਧਰਮ ਅਤੇ ਕੁਫਰ ਜਾਣਦੇ ਸਨ। ਇਹਨਾਂ ਦੋਹਾਂ ਵਿਚਾਰਧਾਰਾਵਾਂ ਦੀ ਟੱਕਰ ਪੂਰੀਆਂ 2 ਸ਼ਤਾਬਦੀਆਂ ਬੜੇ ਤੀਬਰ ਰੂਪ ਵਿੱਚ ਮੁਗਲਾਂ ਦੇ ਰਾਜ ਸਿੰਘਾਸਨ ਦੇ ਆਲੇ ਦੁਆਲੇ ਹੁੰਦੀ ਰਹੀ ਹੈ ਅਤੇ ਖੁਸਰੋ ਅਤੇ ਦਾਰਾ ਸ਼ਿਕੋਹ ਆਦਿ ਸ਼ਹਿਜ਼ਾਦੇ ਇਸ ਟੱਕਰ ਵਿੱਚ ਪਹਿਲੀ ਵਿਚਾਰਧਾਰਾ ਦੇ ਅਨੁਯਾਈ ਹੋਣ ਦੇ ਕਾਰਨ ਬਲੀਦਾਨ ਹੋਏ ਅਤੇ ਅੰਤ ਨੂੰ ਔਰੰਗਜ਼ੇਬ ਦੇ ਰੂਪ ਵਿੱਚ ਦੂਜੀ ਵਿਚਾਰਧਾਰਾ ਨੂੰ ਪ੍ਰਗਟ ਰੂਪ ਵਿੱਚ ਸਫਲਤਾ ਹੋਈ। ਜਿਉਂ-ਜਿਉਂ ਇਹ ਸਫਲਤਾ ਜਹਾਂਗੀਰ ਅਤੇ ਸ਼ਾਹਜਹਾਂ ਦੇ ਸਮੇਂ ਪ੍ਰਤੱਖ ਰੂਪ ਧਾਰਨ ਕਰਦੀ ਗਈ, ਤਿਉਂ-ਤਿਉਂ ਪਹਿਲੀ ਵਿਚਾਰਧਾਰਾ ਮੱਧਮ ਅਤੇ ਅਬਲ ਹੁੰਦੀ ਗਈ ਅਤੇ ਉਸ ਦੀ ਥਾਂ ਉਤੇ ਇੱਕ ਹੋਰ ਵਿਚਾਰਧਾਰਾ, ਤੀਜੀ ਵਿਚਾਰਧਾਰਾ ਨੇ ਮੱਲਣੀ ਆਰੰਭ ਕਰ ਦਿੱਤੀ, ਜਿਸ ਨੂੰ ਕਿ ਹਿੰਦੂਤਵ ਵਿਚਾਰਧਾਰਾ ਕਿਹਾ ਜਾ ਸਕਦਾ ਹੈ, ਜਿਸ ਦਾ ਕੇਂਦਰੀ ਸਿਧਾਂਤ ਇਹੀ ਹੈ ਕਿ ਭਾਰਤ ਵਰਸ਼ ਹਿੰਦੂਤਵ ਦੀ ਜਨਮ ਭੂਮੀ ਅਤੇ ਪੁੰਨਿਆ ਭੂਮੀ ਹੈ ਅਤੇ ਇਸ ਦੇਸ਼ ਵਿੱਚ ਰਾਜ ਸ਼ਾਸਨ ਅਤੇ ਰਾਜਨੀਤੀ ਦੀ ਨੀਂਹ ਹਿੰਦੂ ਸੰਸਕ੍ਰਿਤੀ ਅਤੇ ਹਿੰਦੂ ਧਰਮ ਦੇ ਅਧੀਨ ਅਤੇ ਉਹਨਾਂ ਉੱਤੇ ਨਿਰਭਰ ਹੋਣੀ ਚਾਹੀਦੀ ਹੈ। ਇਸ ਵਿਚਾਰਧਾਰਾ ਦੇ ਪ੍ਰਤੀਨਿਧ ਸਨ ਰਾਣਾ ਪ੍ਰਤਾਪ, ਸ਼ਿਵਾਜੀ ਮਰਾਠਾ ਅਤੇ ਸਾਮਰਥ ਰਾਮਦਾਸ। ਸੂਝਵਾਨ ਪਾਠਕ ਸੁਖੈਨ ਹੀ ਸਮਝ ਲੈਣਗੇ ਕਿ ਇਹ ਤਿੰਨੇ ਵਿਚਾਰਧਾਰਾਵਾਂ ਅੱਜ ਵੀ ਸਾਡੇ ਦੇਸ਼ ਵਿੱਚ ਪ੍ਰਬਲ ਰੂਪ ਵਿੱਚ ਜੀਵਿਤ ਹਨ। ਪਾਕਿਸਤਾਨੀ ਮੁਸਲਿਮ ਲੀਗ, ਕਾਂਗਰਸ ਅਤੇ ਹਿੰਦੂ ਸਭਾ, ਪ੍ਰਤੱਖ ਪ੍ਰੋਗਰਾਮ ਕੋਈ ਵੀ ਬਣਨ, ਨਾਰੇ ਕੁਝ ਵੀ ਲਾਏ ਜਾਣ, ਪੋਲੀਟੀਕਲ ਪਾਰਟੀਆਂ ਦੇ ਰਾਜਨੀਤਿਕ ਰੂਪ ਅਤੇ ਕਾਰਿਆਕ੍ਰਮ ਕੋਈ ਵੀ ਹੋਣ, ਇਹਨਾਂ ਤਿੰਨੇ ਵਿਚਾਰਧਾਰਾਵਾਂ ਦਾ ਕੋਲ ਤੇ ਟੱਕਰ 10ਵੀਂ ਸ਼ਤਾਬਦੀ ਮਸੀਹ ਤੋਂ ਲੈ ਕੇ ਅੱਜ ਤੱਕ ਸਾਡੇ ਦੇਸ਼ ਵਿੱਚ ਚੱਲ ਰਹੀ ਹੈ ਅਤੇ ਇਸ ਦਾ ਕੋਈ ਅੰਤਿਮ ਨਿਬੇੜਾ ਦ੍ਰਿਸ਼ਟ ਅਤੇ ਨਿਕਟ ਭਵਿੱਖ ਵਿੱਚ ਹੋਣ ਦੀ ਆਸ ਘੱਟ ਹੀ ਹੈ। ਇਹਨਾਂ ਮਹਾਨ ਅਤੇ ਸ਼ਕਤੀਸ਼ਾਲੀ ਤਿੰਨ ਵਿਚਾਰਧਾਰਾਵਾਂ ਦਾ
ਜੋ ਭਾਰਤ ਦੀ ਤਵਾਰੀਖ ਅਤੇ ਹੋਣੀ ਉਤੇ ਪਿਛਲੇ 1000 ਸਾਲਾਂ ਤੋਂ ਹਾਵੀ ਹਨ, ਗੁਰੂ ਅਰਜਨ ਦੀ ਸ਼ਹੀਦੀ ਨਾਲ ਕੀ ਸੰਬੰਧ ਹੈ? ਇਸ ਸਿਧਾਂਤ ਦੇ ਸਵਿਸਥਾਰ ਨਿਰੂਪਣ ਅਤੇ ਉਕਤੀ ਯੁਕਤੀ ਨਾਲ ਪੁਸ਼ਟੀ ਕਰਨ ਦੀ ਗੁੰਜਾਇਸ਼ ਇੱਥੇ ਨਹੀਂ, ਅਤੇ ਨਾ ਹੀ ਅਜਿਹਾ ਉਕਤੀ ਯੁਕਤੀ ਸੰਯੁਕਤ ਨਿਰੂਪਣ ਅਜਿਹੇ ਮੁਖਤਸਰ ਤੇ ਸੰਕੋਚਿਤ ਨੋਟ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਪਰ ਸਿਧਾਂਤ ਇਹ ਹੈ ਕਿ ਗੁਰੂ ਨਾਨਕ ਭਾਰਤ ਵਰਸ਼ ਦੇ ਪਿੱਛੋਂ 500 ਸਾਲ ਦੀ ਬੀਤ ਚੁੱਕੀ ਤਵਾਰੀਖ ਦੇ ਪਿਛੋਕੜ ਵਿੱਚ ਅਤੇ ਆਉਣ ਵਾਲੀਆਂ ਸ਼ਤਾਬਦੀਆਂ ਤੇ ਸਹਿਸਬੰਦ ਸ਼ਤਾਬਦੀਆਂ ਨੂੰ ਸਾਹਮਣੇ ਰੱਖ ਕੇ ਇੱਕ ਨਵੀਂ ਸਰਵਵਿਆਪੀ, ਸਰਵਸੰਚਕ ਅਤੇ ਚੌਥੀ ਵਿਚਾਰਧਾਰਾ ਨੂੰ ਜਨਮ ਦੇਣਾ ਚਾਹੁੰਦੇ ਸਨ, ਜਿਹੜੀ ਇਹਨਾਂ ਤਿੰਨੇ ਵਿਚਾਰਧਾਰਾਵਾਂ ਦੇ ਘੋਲ ਨੂੰ ਇਕੱਲ ਵਾਂਝੇ ਛੱਡ ਕੇ ਇਸ ਟੱਕਰ ਤੋਂ ਉੱਚਾ ਉੱਠ ਕੇ ਇੱਕ ਅਜਿਹੇ ਸਮਾਜ ਸੰਸਕ੍ਰਿਤੀ ਦੀ ਨੀਂਹ ਰੱਖੇ ਜਿਸ ਉੱਤੇ ਨਿਰਭਰ ਰਾਜ ਸ਼ਾਸਨ ਦੇ ਵਿੱਚ ਇਹ ਘੋਲ ਅਤੇ ਟੱਕਰ ਆਪੇ ਆਪ ਬੇਲੋੜੇ ਹੋ ਜਾਣ, ਅਤੇ ਜਿਹੜਾ ਸਮਾਜ ਦੇ ਸੰਸਕ੍ਰਿਤੀ, ਆਰਿਆ ਆਤਮਾ ਅਤੇ ਸਾਮੀ ਰੂਹ ਨੂੰ ਅਜਿਹੇ ਢੰਗ ਨਾਲ ਅਭੇਦ ਕਰੇ ਜਿਸ ਵਿੱਚੋਂ ਕਿ ਇੱਕ ਨਵਾਂ ਵਿਸ਼ਵ ਵਿਆਪੀ ਸਮਾਜ ਜਨਮ ਲਵੇ। ਸਿਧਾਂਤਕ ਨੀਹਾਂ ਅਜਿਹੇ ਸਮਾਜ ਦੀਆਂ ਉਹਨਾਂ ਨੇ ਤ੍ਰੀ ਉਪਦੇਸ਼ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਉੱਤੇ ਰੱਖੀਆਂ ਸਨ, ਅਤੇ ਜਨਮ ਭੂਮੀ ਇਸ ਸਮਾਜ ਦੀ ਸਰਵੰਤ ਮਨੁੱਖ ਦੀ ਆਤਮਾ ਅਤੇ ਪੁੰਨਿਆ ਭੂਮੀ ਇਸ ਸਮਾਜ ਦੀ ਸਾਰੀ ਧਰਤੀ ਦੇ ਦੇਸ਼ ਮਿੱਥੇ ਸਨ। ਇਸੇ ਆਰਿਆ ਆਤਮਾ ਅਤੇ ਸਾਮੀ ਰੂਹ ਦੇ ਸੰਗਮ ਵਿੱਚ ਸਰਵ ਵਿਸ਼ਵ ਦੀ ਆਤਮਾ ਦੀ ਜੋਤ ਨੂੰ ਮਿਲਾਉਣ ਦਾ ਸੁਪਨਾ ਗੁਰੂ ਨਾਨਕ ਨੇ ਲਿਆ ਸੀ। ਇਸ ਸੁਪਨੇ ਦੀ ਪੂਰਤੀ ਲਈ ਗੁਰੂ ਅਰਜਨ ਅਤੇ 10 ਗੁਰੂ ਕਾਲਾਂ ਘੱਲਦੇ ਰਹੇ, ਅਤੇ ਜਿਸ ਸੁਪਨੇ ਨੂੰ ਸਮਰਥਕ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ, ਨਵਾਂ ਪੰਥ ਰਚਿਆ ਅਤੇ ਹਦਾਇਤ ਕੀਤੀ ਕਿ ਖਾਲਸਾ ਪੰਥ ਹਿੰਦੂ ਤੁਰਕ ਕੀ ਕਾਣ ਮੇਟੇ ਅਤੇ ਅੰਮ੍ਰਿਤਧਾਰੀ ਸਿੰਘ ਕਦੇ ਪ੍ਰਾਧੀਨਤਾ ਨੂੰ ਸਵੀਕਾਰ ਨਾ ਕਰੇ। ਗੁਰੂ ਕਾ ਸਿੰਘ ਬਾਗੀ ਹੋਵੇ ਜਾਂ ਖਾਲਸਾ ਰਾਜ ਦਾ ਰਕਸ਼ਕ ਅਤੇ ਅੰਮ੍ਰਿਤ ਛਕਣ ਦਾ ਰਿਆਸ, ਇਹ ਜਾਣੇ ਕਿ ਹੁਣ ਉਹ ਸ਼ਸਤਰਧਾਰੀ ਹੋ ਕੇ ਰਾਜ ਸਿੰਘਾਸਨ ਸੰਭਾਲੇਗਾ ਅਤੇ ਇਉਂ ਰਾਜ ਸੱਤਾ ਨੂੰ ਉਸ ਵਿਸ਼ਵ ਵਿਆਪੀ ਸਮਾਜ ਦੀ ਸਥਾਪਨਾ ਦਾ ਵਸੀਲਾ ਬਣਾਵੇ। ਇਤਿਹਾਸ ਦੇ ਸੂਝਵਾਨ ਪਾਠਕ ਸੁਖੈਨ ਹੀ ਸਮਝ ਲੈਣਗੇ ਕਿ ਭਾਰਤ ਵਰਸ਼ ਵਿੱਚ ਇਸ ਵਿਚਾਰਧਾਰਾ ਨੂੰ ਸਮਝਣ ਅਤੇ ਅਪਣਾਉਣ ਵੇਲੇ ਕੋਈ 100 ਕੁਵਰਾ ਹੋਇਆ, ਮਰ ਮਿਟ ਗਏ ਸਨ। ਇਸ ਵਿਚਾਰਧਾਰਾ ਵਿੱਚ ਉਲੀਕੇ ਹੋਏ ਢੰਗਾਂ ਨੂੰ ਸਮਝਣ ਅਤੇ ਅਪਣਾਉਣ ਵਾਲੇ ਤਾਂ ਪਿਛਲੀ ਸ਼ਤਾਬਦੀ ਵਿੱਚ ਹੋਰ ਦੇਸ਼ਾਂ ਵਿੱਚ ਉੱਠ ਕੇ ਜਥੇਬੰਦੀਆਂ ਬਣਾ ਕੇ ਸ਼ਕਤੀਸ਼ਾਲੀ ਬਣ ਗਏ ਹਨ, ਪਰ ਗੁਰੂ ਨਾਨਕ ਦੇ ਇਸ ਵਿਸ਼ਵ ਵਿਆਪੀ ਸੁਪਨੇ ਦੀ ਰੂਪਰੇਖਾ ਬਾਬਤ ਉਲੀਕੇ ਹੋਏ ਪੂਰਨਿਆਂ ਅਤੇ ਆਦਰਸ਼ਾਂ ਤੋਂ ਉਹ ਅਜੇ ਉੱਕਾ ਅਗਿਆਤ ਹਨ। ਇਹ ਗੁਰੂ ਮਤ ਦੀ ਵਿਚਾਰਧਾਰਾ ਦੀ ਰੂਪਰੇਖਾ ਜੋ ਕੁਝ ਉੱਪਰ ਕਿਹਾ ਗਿਆ ਹੈ, ਉਸ ਦੀ ਵਿੰਗੇ ਢੰਗ ਨਾਲ ਪੁਸ਼ਟੀ ਜਹਾਂਗੀਰ ਦੀ ਆਪਣੀ ਤੌਜ਼ਕੀ ਦੇ ਵਿੱਚ ਦਿੱਤੀ ਹੋਈ ਉਸ ਟੂਕ ਤੋਂ ਵੀ ਹੁੰਦੀ ਹੈ, ਜਿਸ ਦੁਆਰਾ ਕਿ ਸ਼ਹਿਨਸ਼ਾਹ ਨੇ ਗੁਰੂ ਅਰਜਨ ਨੂੰ ਮੁਰਤਜ਼ਾ ਖਾਂ ਕਿਲਾਦਾਰ ਲਾਹੌਰ ਦੇ ਹਵਾਲੇ ਕੀਤਾ। ਜਹਾਂਗੀਰ ਲਿਖਦਾ ਹੈ ਕਿ ਸ਼ਾਹੀ ਹੁਕਮ ਗੁਰੂ ਅਰਜਨ ਬਾਰੇ ਇਹ ਸੀ ਕਿ ਗੁਰੂ ਅਰਜਨ ਨੂੰ ਬਾ ਸਿਆਸਤ ਵ ਯਾਸਾ ਰਸਨੰਦ। ਇਸ ਦਾ ਸ਼ੁੱਧ ਉਲਾਂਭਾ ਇਉਂ ਹੈ ਕਿ ਗੁਰੂ ਅਰਜਨ ਨੂੰ ਸਿਆਸਤ ਅਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਵੇ, ਗੁਰੂ ਅਰਜਨ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ। ਇਸ ਦਾ ਸ਼ੁੱਧ ਉਲਥਾ ਇਹ ਹੈ ਕਿ ਗੁਰੂ ਅਰਜਨ ਨੂੰ ਸਿਆਸਤ ਅਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਵੇ, ਗੁਰੂ ਅਰਜਨ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ। ਇਹ ਉਲਥਾ ਇਸ ਟੂਕ ਦਾ ਉੱਕਾ ਅਸ਼ੁੱਧ ਹੈ ਅਤੇ ਇਸ ਗਲਤ ਉਲਥੇ ਦੀ ਪੁਸ਼ਟੀ ਵਿੱਚ ਕੋਈ ਸ਼ਬਦ ਕੋਸ਼ਕ ਉਕਤੀ ਜਾਂ ਸਨਦ ਨਹੀਂ ਹੈ। ਸਿਆਸਤ ਜਾਂ ਅਰਬੀ ਬੋਲੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਰਾਜ, ਦੰਡ, ਰਾਜਨੀਤੀ। ਯਾਸਾ ਮੰਗੋਲੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਹੁਕਮ। ਇਹ ਯਾਸਾ ਦੇ ਸ਼ਾਬਦਿਕ ਅਰਥ ਹਨ, ਪਰ ਇਸ ਦੇ ਸਰਵ ਪ੍ਰਮਾਣਿਕ ਅਰਥ ਹਨ ਉਹ ਕਾਨੂੰਨ ਜਿਸ ਨੂੰ ਚੰਗੇਜ਼ ਖਾਨ ਨੇ ਬੱਧਾ। ਇਹ ਉਹ ਠੀਕ ਅਰਥ ਯਾਸਾ ਦਾ ਹੈ। ਅਤੇ ਜਦੋਂ ਜਹਾਂਗੀਰ ਨੇ ਗੁਰੂ ਅਰਜਨ ਨੂੰ ਮੁਰਤਜ਼ਾ ਖਾਂ ਕਿਲਾਦਾਰ ਦੇ ਹਵਾਲੇ ਕੀਤਾ ਤਾਂ ਹੁਕਮ ਇਹੋ ਦਿੱਤਾ ਕਿ ਗੁਰੂ ਨਾਲ ਉਹਨਾਂ ਨੂੰ ਉਹਨਾਂ ਦੇ ਸਿਆਸੀ ਪੋਲੀਟੀਕਲ ਜੁਰਮਾਂ ਦੇ ਦੰਡ ਦੇਣ ਲਈ ਯਾਸਾ ਦੇ ਕਾਨੂੰਨ ਅਨੁਸਾਰ ਸਲੂਕ ਕੀਤਾ ਜਾਵੇ।
ਗੁਰੂ ਦੇ ਪੋਲੀਟੀਕਲ ਜੁਰਮ ਕੀ ਸਨ? ਇਹ ਯਾਸਾ ਦਾ ਕਾਨੂੰਨ ਕੀ ਹੈ? ਇਹਨਾਂ ਪ੍ਰਸ਼ਨਾਂ ਦਾ ਉੱਤਰ ਮਿਲਣ ਉੱਤੇ ਗੁਰੂ ਅਰਜਨ ਦੀ ਸ਼ਹੀਦੀ ਦੀ ਸਹੀ ਰੂਪਰੇਖਾ ਅਤੇ ਉਸਦਾ ਠੀਕ ਪਿਛੋਕੜ ਸਮਝਿਆ ਜਾ ਸਕਦਾ ਹੈ। ਗੁਰੂ ਦੇ ਪੋਲੀਟੀਕਲ ਜੁਰਮਾਂ ਬਾਬਤ ਜਹਾਂਗੀਰ ਆਪ ਹੀ ਦੱਸਦਾ ਹੈ ਕਿ ਸ਼ਹਿਜ਼ਾਦਾ ਖੁਸਰੋ ਗੋਇੰਦਵਾਲ ਗੁਰੂ ਅਰਜਨ ਦੇ ਡੇਰੇ ਕੁਝ ਸਮਾਂ ਠਹਿਰਿਆ ਅਤੇ ਗੁਰੂ ਅਰਜਨ ਨੇ ਖੁਸਰੋ ਦੇ ਮੱਥੇ ਉੱਤੇ ਨੇਕ ਸ਼ਗਨ ਵਜੋਂ ਤਿਲਕ ਲਗਾਇਆ। ਖੁਸਰੋ ਇਸ ਵੇਲੇ ਸ਼ਾਹੀ ਫੌਜਾਂ ਦੇ ਅੱਗੇ ਅੱਗੇ ਨਸਿਆ ਜਾ ਰਿਹਾ ਸੀ ਅਤੇ ਦੋਸ਼ ਉਸ ਉੱਤੇ ਇਹ ਸੀ, ਇਹ ਜਹਾਂਗੀਰ ਨੂੰ ਤਖਤੋਂ ਲਾ ਕੇ ਆਪ ਸ਼ਹਿਨਸ਼ਾਹ ਬਣ ਬੈਠਣ ਦਾ ਖਿਆਲ ਉਸੇ ਦੋਹਾਂ ਵਿਚਾਰਧਾਰਾਵਾਂ ਦੀ ਟੱਕਰ ਦੀ ਇੱਕ ਘੜੀ ਹੈ, ਜਿਨ੍ਹਾਂ ਨੂੰ ਕਿ ਮਿਲਵਰਤਣਕ ਵਿਚਾਰਧਾਰਾ ਅਤੇ ਇਸਲਾਮੀ ਸ਼ਰ੍ਹਾ ਦੀ ਵਿਚਾਰਧਾਰਾ ਉੱਤੇ ਕਿਹਾ ਗਿਆ ਹੈ। ਇਸ ਟੱਕਰ ਵਿੱਚ ਸ਼ਹਿਜ਼ਾਦਾ ਖੁਸਰੋ ਦੇ ਹਮੈਤੀ ਉਹ ਲੋਕ ਹੀ ਹੋਣੇ ਹਨ ਜਿਹੜੇ ਕਿ ਜਾਂ ਤਾਂ ਉਪਰੋਕਤ ਮਿਲਵਰਤਣਾਤਮਕ ਵਿਚਾਰਧਾਰਾ ਦੇ ਸੰਚਾਲਕ ਸਨ ਜਾਂ ਘੱਟੋ ਘੱਟ ਇਸਲਾਮੀ ਸ਼ਰ੍ਹਾ ਦੀ ਵਿਚਾਰਧਾਰਾ ਦੇ ਵਿਰੋਧੀ। ਅਜਿਹੇ ਸਮੇਂ ਜਦੋਂ ਕਿ ਸ਼ਹਿਨਸ਼ਾਹ ਜਹਾਂਗੀਰ ਆਪ ਸ਼ਹਿਜ਼ਾਦੇ ਉੱਤੇ ਫੌਜ ਕੱਸ ਰਿਹਾ ਹੋਵੇ, ਕੌਣ ਹੋ ਸਕਦਾ ਹੈ ਜੋ ਸ਼ਹਿਜ਼ਾਦੇ ਨੂੰ ਖੁੱਲਮ ਖੁੱਲਾ ਕੋਲ ਠਹਿਰਾ ਲਵੇ ਅਤੇ ਜਿਸ ਕੋਲ ਸ਼ਹਿਜ਼ਾਦਾ ਆਸ਼ੀਰਵਾਦ ਲੈਣ ਲਈ ਆਪ ਰੁਕ ਜਾਵੇ? ਨਿਰਸੰਦੇਹ ਅਜਿਹਾ ਪੁਰਸ਼ ਉਹੀ ਹੋ ਸਕਦਾ ਹੈ ਜਿਸ ਨੂੰ ਉਸ ਵੇਲੇ ਸਭ ਜਾਣਦੇ ਹੋਣ ਕਿ ਇਹ ਸ਼ਹਿਨਸ਼ਾਹ ਜਹਾਂਗੀਰ ਦੇ ਰਾਜ ਸ਼ਾਸਨ ਬਾਰੇ ਖਿਆਲਾਂ ਦਾ ਵਿਰੋਧੀ ਹੈ ਅਤੇ ਉਸ ਦੇ ਵਿਰੋਧ ਨੂੰ ਖੁੱਲਮ ਖੁੱਲਾ ਪ੍ਰਗਟ ਕਰਨ ਅਤੇ ਸ਼ਹਿਨਸ਼ਾਹੀ ਸੱਤਾ ਨਾਲ ਮੱਥਾ ਲਾਉਣ ਦੀ ਇੰਦਿਆ ਅਤੇ ਹੌਸਲਾ ਰੱਖਦਾ ਹੈ। ਕਿਸੇ ਇਹ ਗਹਿਰੇ ਕੋਲ ਭਾਵੇਂ ਉਂਝ ਉਸਦੇ ਖਿਆਲ ਕੁਝ ਵੀ ਹੋਣ, ਅਜਿਹੇ ਸਮੇਂ ਸ਼ਹਿਜ਼ਾਦਾ ਕਦੇ ਵੀ ਅਟਕਣ ਅਤੇ ਸੰਬੰਧਿਤ ਸਥਾਪਿਤ ਕਰਨ ਦਾ ਖਿਆਲ ਨਾ ਕਰਦਾ। ਇਸ ਘਟਨਾ ਤੋਂ ਕੋਈ ਸਿੱਖ ਇਤਿਹਾਸਕਾਰ ਵੀ ਇਨਕਾਰ ਨਹੀਂ ਕਰਦਾ ਕਿ ਇਸ ਸਮੇਂ ਸ਼ਹਿਜ਼ਾਦਾ ਖੁਸਰੋ ਜਦੋਂ ਕਿ ਜਹਾਂਗੀਰ ਫੌਜ ਕਸ਼ੀ ਕਰ ਰਿਹਾ ਸੀ, ਉਸਦੇ ਮਗਰ ਆ ਰਿਹਾ ਸੀ, ਗੋਇੰਦਵਾਲ ਗੁਰੂ ਅਰਜਨ ਦੇ ਕੋਲ ਕੁਝ ਸਮੇਂ ਲਈ ਅਟਕਿਆ। ਸਿੱਖ ਇਤਿਹਾਸਕਾਰ ਇਹ ਦਰਸਾਉਣ ਦਾ ਯਤਨ ਕਰਦੇ ਹਨ ਕਿ ਸ਼ਹਿਜ਼ਾਦਾ ਅਤੇ ਉਸਦੇ ਸਾਥੀ ਭੁੱਖੇ ਸਨ ਅਤੇ ਉਹਨਾਂ ਨੇ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦ ਛਕਿਆ। ਉਂਝ ਖੁਸਰੋ ਦੀ ਬਗਾਵਤ ਨਾਲ ਗੁਰੂ ਦਾ ਕੋਈ ਸਬੰਧ ਜਾਂ ਪੁੱਠਾ ਨਹੀਂ ਸੀ। ਗੋ ਕੀਤਿਆ ਇਹ ਗੱਲ ਕਿਵੇਂ ਵੀ ਮੰਨਣਯੋਗ ਨਹੀਂ। ਇੱਕ ਤਾਂ ਬਾਗੀ ਸ਼ਹਿਜ਼ਾਦੇ ਨੂੰ ਪ੍ਰਸ਼ਾਦ ਛਕਾਉਣਾ ਹੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਬਗਾਵਤ ਦੀ ਮਦਦ ਕਰਨੀ ਹੈ। ਦੂਜਾ, ਤਿਲਕ ਲਗਾਉਣ ਵਾਲੀ ਗੱਲ ਇਸ ਨਾਲ ਜੋੜ ਨਹੀਂ ਖਾਂਦੀ ਜਿਤਨਾ ਚਿਰ ਇਹ ਨਾ ਮੰਨ ਲਈਏ ਕਿ ਇਹ ਕਹਾਣੀ ਉੱਕਾ ਹੀ ਨਿਰਮੂਲ ਹੈ। ਪਰ ਇਹ ਤਿਲਕ ਲਗਾਉਣ ਵਾਲੀ ਕਹਾਣੀ ਨੂੰ ਉੱਕਾ ਨਿਰਮੂਲ ਕਰ ਲੈਣ ਦਾ ਜਹਾਂਗੀਰ ਜਾਂ ਗੁਰੂ ਅਰਜਨ ਦੇ ਹੋਰ ਰੋਕਿਆਂ ਨੂੰ ਕੀ ਲਾਭ ਹੋ ਸਕਦਾ ਹੈ? ਬਾਗੀ ਸ਼ਹਿਜ਼ਾਦੇ ਅਤੇ ਉਸਦੇ ਸਾਥੀਆਂ ਨੂੰ ਉਸ ਸਮੇਂ ਰੋਟੀ ਖਵਾ ਦੇਣਾ ਹੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਸ਼ਾਹੀ ਬਗਾਵਤ ਦੀ ਸਹਾਇਤਾ ਕਰਨ ਦੇ ਤੁੱਲ ਹੈ ਅਤੇ ਤਿਲਕ ਲਗਾਉਣ ਨਾਲ ਇਸ ਜੁਰਮ ਦੀ ਉਗਰਤਾ ਦੇ ਵਿੱਚ ਕੋਈ ਖਾਸ ਵਾਧਾ ਨਹੀਂ ਹੁੰਦਾ। ਠੀਕ ਇਹੋ ਜਾਪਦਾ ਹੈ ਕਿ ਸ਼ਹਿਜ਼ਾਦਾ ਖੁਸਰੋ ਭਲੀ ਪ੍ਰਕਾਰ ਜਾਣਦਾ ਸੀ ਕਿ ਗੁਰੂ ਅਰਜਨ ਜਹਾਂਗੀਰ ਦੇ ਇਸਲਾਮੀ ਸ਼ਰ੍ਹਾ ਦੀਆਂ ਰੁਚੀਆਂ ਨੂੰ ਰਾਜ ਸ਼ਾਸਨ ਦੀ ਨੀਂਹ ਬਣਾਉਣ ਦੇ ਸਿਧਾਂਤ ਦਾ ਕੱਟੜ ਵਿਰੋਧੀ ਹੈ ਅਤੇ ਗੁਰੂ ਅਰਜਨ ਅਜਿਹੀ ਮਹਾਨ ਅਤੇ ਨਿਰਭੈ ਸ਼ਖਸੀਅਤ ਦਾ ਮਾਲਕ ਹੈ ਕਿ ਉਹ ਅਜਿਹੇ ਸਮੇਂ ਵੀ ਜਦ ਕਿ ਸ਼ਹਿਨਸ਼ਾਹ ਆਪ ਸ਼ਹਿਜ਼ਾਦੇ ਉੱਤੇ ਫੌਜ ਚਾੜੀ ਪਿੱਛੇ ਲੱਗਾ ਆਉਂਦਾ ਹੈ, ਖੁਸਰੋ ਨੂੰ ਧੀਰਜ ਅਤੇ ਸਹਾਇਤਾ ਦੇਣੋਂ ਸੰਕੋਚ ਨਹੀਂ ਕਰੇਗਾ। ਇਉਂ ਹੀ ਹੋਇਆ। ਬਾਕੀ ਰਹੀ ਤਿਲਕ ਲਗਾਉਣ ਵਾਲੀ ਗੱਲ, ਜਾਪਦਾ ਇਉਂ ਹੈ ਜੋ ਸ਼ਹਿਜ਼ਾਦੇ ਨੇ ਮਰਿਆਦਾ ਅਨੁਸਾਰ ਕੁਝ ਭੇਟ ਗੁਰੂ ਅੱਗੇ ਗੁਰੂ ਮੂਹਰੇ ਰੱਖੀ ਹੋਵੇਗੀ ਅਤੇ ਜਿਵੇਂ ਅੱਜ ਕੱਲ ਵੀ ਸਿਰੋਪਾ ਦੇਣ ਦਾ ਰਿਵਾਜ ਹੈ, ਅਰਦਾਸੀਏ ਨੇ ਸ਼ਹਿਜ਼ਾਦੇ ਦੀ ਭੇਂਟ ਦੀ ਅਰਦਾਸ ਕੀਤੀ ਹੋਵੇਗੀ ਅਤੇ ਸ਼ਹਿਜ਼ਾਦੇ ਨੂੰ ਤਿਲਕ ਲਗਾ ਦਿੱਤਾ ਗਿਆ ਹੋਵੇਗਾ। ਇਹੋ ਰਿਵਾਜ ਮਰਿਆਦਾ ਉਦੋਂ ਪ੍ਰਚਲਿਤ ਸੀ। ਇਹ ਗੱਲ ਸਦਾ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਜਦੋਂ ਗੁਰੂ ਅਰਜਨ ਜਹਾਂਗੀਰ ਦੇ ਹੁਕਮ ਨਾਲ ਪਕੜੇ ਗਏ ਤਾਂ ਗੁਰੂ ਅਰਜਨ ਨੇ ਕਦੇ ਕਿਸੇ ਵੇਲੇ ਵੀ ਸ਼ਹਿਜ਼ਾਦਾ ਖੁਸਰੋ ਨੂੰ ਕੋਲ ਠਹਿਰਾਉਣ, ਰੋਟੀ ਖਵਾਉਣ ਜਾਂ ਆਸ਼ੀਰਵਾਦ ਦੇਣ ਤੋਂ ਇਨਕਾਰ ਨਹੀਂ ਕੀਤਾ। ਜੇ ਕੀਤਾ ਤਾਂ ਇਹ
ਕਿ ਜੁਰਮਾਨਾ ਭਰਨੋਂ ਨਾ ਕਰ ਦਿੱਤੀ ਅਤੇ ਗੁਰੂ ਹਰਗੋਬਿੰਦ ਨੂੰ ਹੁਕਮ ਕੀਤਾ ਕਿ ਫੌਜੀ ਤਾਕਤ ਇਕੱਠੀ ਕਰੋ। ਇਹ ਵਤੀਰਾ ਗੁਰੂ ਅਰਜਨ ਦਾ ਦੱਸਦਾ ਹੈ ਕਿ ਉਹ ਤਵਾਰੀਖ ਨੂੰ ਪ੍ਰੇਰਿਤ ਕਰ ਰਹੀਆਂ ਵਿਚਾਰਧਾਰਾਵਾਂ ਅਤੇ ਉਹਨਾਂ ਵਿੱਚੋਂ ਉਗਮੇ ਰਾਜਨੀਤਿਕ ਉਥਲ ਪੁਥਲ ਅਤੇ ਇਕਲ ਵਾਂਝੇ ਕਿਸੇ ਹਾਲਾਤ ਦੇ ਵਿੱਚ ਵੀ ਨਹੀਂ ਸੀ ਰਹਿਣਾ ਚਾਹੁੰਦੇ। ਗੁਰੂ ਨਾਨਕ ਦੇ ਤ੍ਰੈ ਉਪਦੇਸ਼ ਦਾ ਇਹ ਅਵਸ਼ ਸਿੱਟਾ ਸੀ। ਯਾਸਾ ਕੀ ਹੈ? ਚੰਗੇਜ਼ ਖਾਨ, ਜਿਸਦਾ ਅਸਲੀ ਨਾਮ ਕਿ ਤੈਮੂਚੰਦ ਸੀ, ਮੰਗੋਲਾਂ ਦੇ ਇੱਕ ਕਬੀਲੇ ਦਾ ਸਰਦਾਰ ਸੀ। ਹੌਲੀ ਹੌਲੀ ਉਸਨੇ ਆਪਣੇ ਆਲੇ ਦੁਆਲੇ 2 ਟੱਪਰੀ ਵਾਸ ਸਭ ਕਬੀਲੇ ਪਰਾਜੇ ਕਰ ਲਏ ਅਤੇ ਸਾਰੇ ਮੰਗੋਲ ਤਾਤਾਰ ਕਬੀਲਿਆਂ ਦਾ ਉਹ ਸਰਦਾਰ ਜਾਂ ਖਾਕਾਨ ਬਣ ਗਿਆ। ਉਸਦਾ ਜਨਮ ਸਨ 1162 ਈਸਵੀ ਵਿੱਚ ਹੋਇਆ ਅਤੇ ਸਨ 1227 ਈਸਵੀ ਵਿੱਚ ਉਸਦੀ ਮ੍ਰਿਤੂ ਹੋਈ। ਮਰਨ ਤੋਂ ਪਹਿਲਾਂ ਇਸ ਸੰਸਾਰ ਦੇ ਮਹਾਨ ਵਿਜਈ ਨੇ ਇੰਨੀ ਵੱਡੀ ਸਲਤਨਤ ਸਥਾਪਿਤ ਕਰ ਲਈ, ਜਿਸ ਦੀ ਕਿ ਇੱਕ ਹੱਦ ਚੀਨ ਸਾਗਰ ਸੀ ਤੇ ਦੂਜੀ ਰੂਸ ਦੀ ਨੇਪੀਅਰ ਨਦੀ, ਇੱਕ ਪਾਸੇ ਸਿੰਧੂ ਨਦੀ ਤੇ ਦੂਜੇ ਪਾਸੇ ਮੱਧ ਯੂਰਪ ਦੇ ਪਹਾੜ। ਇਸ ਚੰਗੇਜ਼ ਖਾਨ ਨੇ ਮੰਗੋਲ ਕਬੀਲਿਆਂ ਦੇ ਪ੍ਰਾਚੀਨ ਸਨਾਤਨ ਰਿਵਾਜ ਅਤੇ ਚੀਨੀਆਂ ਦੇ ਪੁਰਾਤਨ ਸ਼ਾਹੀ ਕਾਨੂੰਨਾਂ ਨੂੰ ਮੇਲ ਕੇ ਇੱਕ ਰਾਜ ਨਿਯਮਾਵਲੀ ਅਤੇ ਡੰਡਾਵਲੀ ਸਨ 1206 ਵਿੱਚ ਤਿਆਰ ਕੀਤੀ। 1218 ਵਿੱਚ ਆਪਣੀ ਸਾਰੀ ਸਲਤਨਤ ਵਿੱਚ ਲਾਗੂ ਕਰ ਦਿੱਤੀ। ਇਸ ਨਿਯਮਾਵਲੀ ਦੀ ਪ੍ਰਵਾਨਗੀ ਮੰਗੋਲੀ ਕਬੀਲਿਆਂ ਦੀ ਸਨ 1206 ਵਿੱਚ ਹੋਈ ਇਕੱਤਰਤਾ ਦੇ ਵਿੱਚ ਲੈ ਲਈ ਗਈ ਸੀ। ਬਲੀਕ ਨਾਮੀ ਸੰਗਤਾ ਚੰਗੇਜ਼ ਖਾਨ ਦੇ ਬਚਨਾਂ ਦਾ ਸੰਗ੍ਰਹਿ ਹੈ ਅਤੇ ਯਾਸਾ ਨਾਮ ਹੈ ਉਸਦੇ ਨਿਰਮਿਤ ਕੀਤੇ ਹੋਏ ਕਾਨੂੰਨ ਦਾ। ਬਲੀਕ ਅਤੇ ਯਾਸਾ ਦੇ ਹੁਣ ਕੁਝ ਹਿੱਸੇ ਹੀ ਇੱਧਰੋਂ ਉੱਧਰੋਂ ਮਿਲਦੇ ਹਨ। ਬਲੀਕ ਵਿੱਚ ਚੰਗੇਜ਼ ਖਾਨ ਦਾ ਯਾਸਾ ਬਾਰੇ ਇਹ ਕਥਨ ਦਿੱਤਾ ਹੋਇਆ: ਮੇਰੇ ਪਿੱਛੋਂ ਜਿਹੜੇ ਹਾਕਮ ਖਾਨ ਸਰਦਾਰ ਹੋਣਗੇ, ਜੋ ਉਹ ਯਾਸਾ ਵਿੱਚ ਦਿੱਤੇ ਨਿਯਮਾਂ ਦੀ ਰੰਚਕ ਮਾਤਰ ਹੀ ਉਲੰਘਣਾ ਕਰਨਗੇ, ਜਾਂ ਰਾਜ ਦਾ ਕੰਮ ਵਿਗੜ ਜਾਏਗਾ ਤੇ ਲੋਕਾਂ ਵਿੱਚ ਗੜਬੜੀ ਪੈ ਜਾਵੇਗੀ, ਫਿਰ ਉਹ ਚੰਗੇਜ਼ ਖਾਨ ਨੂੰ ਢੂੰਡਣਗੇ, ਪਰ ਚੰਗੇਜ਼ ਖਾਨ ਨਹੀਂ ਲੱਭੇਗਾ। ਅਰਬੀ ਤਵਾਰੀਖ ਮਕਰੀਜ਼ ਲਿਖਦਾ ਹੈ, ਜਦੋਂ ਮੰਗੋਲਾਂ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਤਾਂ ਉਹਨਾਂ ਨੇ ਸ਼ਹਿਰਾਂ ਨੂੰ ਆਪਣੇ ਕਬੀਲਿਆਂ ਦੇ ਰਿਵਾਜ਼ਾਂ ਅਨੁਸਾਰ ਢਾਲ ਲਿਆ। ਨਿਰੋਲ ਮਜ਼ਹਬੀ ਕੰਮਾਂ ਲਈ ਤਾਂ ਉਹ ਕਾਦੀ ਉਲਾਕਾਤ ਨੂੰ ਪੁੱਛ ਲੈਂਦੇ ਹਨ, ਪਰ ਜਿਸ ਮਸਲੇ ਦਾ ਸੰਬੰਧ ਉਹਨਾਂ ਦੀ ਆਪਣੀ ਜਾਤ ਜਾਂ ਕਬੀਲੇ ਨਾਲ ਹੋਵੇ, ਉੱਥੇ ਉਹ ਚੰਗੇਜ਼ ਖਾਨ ਯਾਨੀ ਯਾਸਾ ਨੂੰ ਮੰਨਦੇ ਹਨ ਅਤੇ ਇਸ ਕੰਮ ਲਈ ਉਹ ਵੱਖਰਾ ਅਫਸਰ ਨਿਯਤ ਕਰਦੇ ਹਨ। ਜਦੋਂ ਚੰਗੇਜ਼ ਖਾਨ ਨੇ ਮੁਸਲਮਾਨੀ ਪਾਤਸ਼ਾਹ ਖਵਾਰਜ਼ਮ ਸ਼ਾਹ ਤਥਾ ਮੁਹੰਮਦ ਸ਼ਾਹ ਨੂੰ ਸੀਸਤਾਨ ਤੇ ਕਾਬੁਲ ਵਿੱਚੋਂ ਮਾਰ ਕੱਢਿਆ ਅਤੇ ਸਿੰਧੂ ਨਦੀ ਦੇ ਕੰਢਿਆਂ ਤੱਕ ਖਵਾਰਜ਼ਮ ਸ਼ਾਹ ਦਾ ਪਿੱਛਾ ਕਰਦਾ ਆਇਆ, ਤਾਂ ਉਸ ਭਾਜੜ ਵਿੱਚ ਸਾਡੇ ਦੇਸ਼ ਪੁੱਜਾ ਹੋਇਆ ਇੱਕ ਫਾਰਸੀ ਦੇ ਕਵੀ ਅਮੀਰ ਖੁਸਰੋ ਦਾ ਪਿਤਾ ਦਿੱਲੀ ਆ ਪੁੱਜਾ ਅਤੇ ਪਿੱਛੋਂ ਜਾ ਕੇ ਇਹ ਅਮੀਰ ਖੁਸਰੋ ਦਿੱਲੀ ਦੇ ਸੁਲਤਾਨ ਗਿਆਸੁਦੀਨ ਬਲਬਨ ਦੇ ਦਰਬਾਰ ਵਿੱਚ ਭਰਤੀ ਹੋਇਆ, ਜਿਸ ਬਲਬਨ ਦਾ ਕਿ ਰਾਜ ਸਮਾਂ ਸਨ 1266 ਅਤੇ ਸਨ 1287 ਦੇ ਵਿਚਕਾਰ ਹੈ। ਉਹ ਅਮੀਰ ਖੁਸਰੋ ਲਿਖਦਾ ਹੈ, ਮੰਗੋਲਾਂ ਦੀਆਂ ਅੱਖਾਂ ਇਤਨੀਆਂ ਛੋਟੀਆਂ ਤੇ ਤਿੱਖੀਆਂ ਹਨ ਕਿ ਤਾਂਬੇ ਦੀ ਦੇਗਜ਼ੀ ਵਿੱਚ ਮੋਰੀ ਕਰ ਸਕਣ। ਉਹਨਾਂ ਦੇ ਰੰਗ ਨੂੰ ਦੇਖ ਕੇ ਇਤਨੀ ਕਿਚਿਆਣ ਆਉਂਦੀ ਹੈ ਕਿ ਉਹਨਾਂ ਦੇ ਸਰੀਰ ਦੀ ਬਦਬੂ ਹੀ ਉਹਨਾਂ ਦੀ ਰੰਗਤ ਨਾਲੋਂ ਵਧੇਰੇ ਕਿਚਿਆਣ ਦਵਾ ਸਕਦੀ ਹੈ। ਉਹਨਾਂ ਦੇ ਸਿਰ ਉਹਨਾਂ ਦੇ ਜਿਸਮਾਂ ਵਿੱਚ ਗੱਡੇ ਹੋਏ ਹਨ ਅਤੇ ਉਹਨਾਂ ਦੀਆਂ ਗਰਦਨਾਂ ਹੈਣ ਹੀ ਨਹੀਂ। ਉਹਨਾਂ ਦੀਆਂ ਗੱਲਾਂ ਇਉਂ ਹਨ ਜਿਵੇਂ ਪੁਰਾਣੀਆਂ ਝੁਰੜੀਦਾਰ ਚਮਰਕਾਂ। ਉਹਨਾਂ ਦੇ ਨੱਕ ਚੌੜੇ ਅਤੇ ਫੀਨੇ ਹਨ ਅਤੇ ਉਹਨਾਂ ਦੀਆਂ ਨਾਸਾਂ ਜਿਵੇਂ ਤਰੱਕੀਆਂ ਹੋਈਆਂ ਕਬਰਾਂ। ਉਹਨਾਂ ਦੇ ਸਰੀਰ ਜੂਆਂ ਨਾਲ ਭਰੇ ਹੋਏ ਹਨ ਅਤੇ ਉਹਨਾਂ ਦੀ ਚਮੜੀ ਤੋੜੀ ਵਾਂਗੜ ਹੈ। ਉਹਨਾਂ ਦੇ ਸਰੀਰ ਜੂਆਂ ਨਾਲ ਭਰੇ ਹੋਏ ਹਨ ਅਤੇ ਉਹਨਾਂ ਦੀ ਚਮੜੀ ਤੋੜੀ ਵਾਂਗਰ ਹੈ, ਜਿਸ ਦੀ ਕਿ ਚਰਮ ਜੁੱਤੀਆਂ ਬਣਾਈਆਂ ਜਾ ਸਕਣ। ਜਿਸ ਵੇਲੇ ਸੁਲਤਾਨ ਨੇ ਇਹਨਾਂ ਮੰਗੋਲਾਂ ਨੂੰ ਤੱਕਿਆ ਤਾਂ ਫਰਮਾਇਆ ਕਿ ਇਹ ਨਿਰਸੰਦੇਹ ਜਹਿਮ ਦੀ ਆਤਿਸ਼ ਵਿੱਚੋਂ ਉਪਜੇ ਹਨ। ਇਹੋ ਜਿਹੀ ਇਹਨਾਂ ਦੀ ਮਨਹੂਸ ਸ਼ਕਲ ਸੂਰਤ ਹੈ
ਇਹੋ ਜਿਹੇ ਹੀ ਇਹਨਾਂ ਦੇ ਕਾਨੂੰਨ ਹਨ ਜੋ ਕਿ ਯਾਸਾ ਕਹਾਉਂਦੇ ਹਨ। ਇਸਲਾਮ ਗ੍ਰਹਿਣ ਕਰਨ ਤੋਂ ਪਹਿਲਾਂ ਮੰਗੋਲਾਂ ਦਾ ਧਰਮ ਸ਼ਮਨ ਧਰਮ ਸੀ, ਜਿਸ ਵਿੱਚ ਕਿ ਰੂਹਾਂ, ਪ੍ਰਿਛਾਂ ਅਤੇ ਅਸਮਾਨ ਦੀ ਪੂਜਾ ਹੁੰਦੀ ਸੀ। ਇਸ ਧਰਮ ਦੇ ਪੁਰੋਹਿਤ ਬਿੱਕੀ ਕਹਾਉਂਦੇ ਸਨ ਅਤੇ ਵਿਸ਼ਵਾਸ ਮੰਗੋਲਾਂ ਦਾ ਇਹ ਸੀ ਜੋ ਇਹ ਬਿੱਕੀ ਮ੍ਰਿਤ ਪਿੱਛੋਂ ਪ੍ਰੇਤ ਰੂਹਾਂ ਦੇ ਰੂਪ ਵਿੱਚ ਮੰਗੋਲ ਕਬੀਲਿਆਂ ਦੀ ਰੱਖਿਆ ਜਾਂ ਹਾਨੀ ਕਰਦੇ ਹਨ। ਜੇ ਕਿਸੇ ਬਿੱਕੀ ਦਾ ਲਹੂ ਡੁੱਲ ਜਾਵੇ ਤਾਂ ਇਹ ਬਿੱਕੀ ਦੀ ਪ੍ਰੇਤ ਰੂਹ ਮੰਗੋਲਾਂ ਲਈ ਬੜੀ ਹਾਨੀਕਾਰਕ ਹੋਣੀ ਮੰਨੀ ਜਾਂਦੀ ਸੀ। ਇੱਕ ਚੰਗੇਜ਼ ਖਾਂ ਅਤੇ ਇੱਕ ਚੰਗੇਜ਼ ਖਾਂ ਦੇ ਜਰਨੈਲ ਮੁਖਾਲੀ ਦੇ ਜੀਵਨ ਵਿੱਚ ਉਹਨਾਂ ਨੂੰ ਬਿੱਕੀਆਂ ਨੂੰ ਮੌਤ ਦੰਡ ਦੇਣਾ ਪਿਆ ਸੀ, ਤਾਂ ਕਿ ਇੱਕ ਨੇ ਬਿੱਕੀ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਮਾਰ ਦਿੱਤਾ ਅਤੇ ਦੂਜੇ ਨੇ ਹੱਥ ਪੈਰ ਬੰਨ੍ਹ ਕੇ ਦਰਿਆ ਵਿੱਚ ਰੁੜਵਾ ਕੇ ਮਾਰ ਦਿੱਤਾ, ਤਾਂ ਜੋ ਉਹਨਾਂ ਦੀ ਰੂਹ ਮ੍ਰਿਤੂ ਪਿੱਛੋਂ ਮੰਗੋਲ ਕਬੀਲਿਆਂ ਨੂੰ ਦੁੱਖ ਨਾ ਦੇਵੇ। ਸੰਦੇਹ ਨਹੀਂ, ਜੋ ਇਹੋ ਯਾਸਾ ਦਾ ਕਾਨੂੰਨ ਸੀ ਕਿ ਧਾਰਮਿਕ ਆਗੂਆਂ ਤੇ ਰੂਹਾਨੀ ਪ੍ਰਤਿਭਾ ਵਾਲੇ ਪੁਰਸ਼ਾਂ ਦਾ ਲਹੂ ਨਹੀਂ ਡੋਲਣਾ, ਅਤੇ ਜੇ ਕਦੇ ਕਿਸੇ ਗੰਭੀਰ ਅਤੇ ਰਾਜਨੀਤਿਕ ਕਾਰਨਾਂ ਦੇ ਸਬਬ, ਜਿਹੜੇ ਕਾਰਨ ਕਿ ਮੰਗੋਲਾਂ ਦੀ ਸਲਤਨਤ ਤੇ ਰਾਜ ਸੱਤਾ ਦੀ ਹੋਂਦ ਅਣਹੋਂਦ ਨਾਲ ਸਿੱਧੇ ਸੰਬੰਧਿਤ ਹੋਣ, ਕਿਸੇ ਅਜਿਹੇ ਪੁਰਸ਼ ਬਿੱਕੀ ਨੂੰ ਮ੍ਰਿਤਿੂ ਦੰਡ ਦੇਣਾ ਹੀ ਪੈ ਜਾਵੇ, ਤਾਂ ਬਿੱਕੀ ਸਥਾਨੀ ਵਿਅਕਤੀ ਦੀ ਮ੍ਰਿਤਿੂ ਅਜਿਹੇ ਢੰਗ ਨਾਲ ਕੀਤੀ ਜਾਵੇ ਕਿ ਲਹੂ ਨਾ ਡੁੱਲੇ। ਇਹੋ ਲਹੂ ਨਾ ਡੋਲਣ ਬਾਬਤ ਵਿਸ਼ਵਾਸ ਯਹੂਦੀਆਂ ਅਤੇ ਈਸਾਈ ਧਰਮ ਦਾ ਵੀ ਇੱਕ ਬੁਨਿਆਦੀ ਅੰਗ ਹੈ, ਅਤੇ ਮੂਸਾ ਦੇ 10 ਹੁਕਮਾਂ ਵਿੱਚੋਂ ਇਹ ਵੀ ਇੱਕ ਹੁਕਮ ਹੈ, ਤੂੰ ਲਹੂ ਨਾ ਡੋਲ। ਫਾਂਸੀ ਦੇ ਕੇ ਮ੍ਰਿਤਿੂ ਦੰਡ ਦੇਣ ਜਾਂ ਜਿਉਂਦੇ ਸਾੜ ਦੇਣ ਦਾ ਰਿਵਾਜ ਵਾਸਤਵ ਵਿੱਚ ਮੂਸਾ ਦੇ ਇਸ ਹੁਕਮ ਦੀ ਪਾਲਣਾ ਵਿੱਚ ਹੀ ਪ੍ਰਚਲਿਤ ਹੋਇਆ ਹੈ। ਇਹਨਾਂ ਵਿਚਾਰਾਂ ਤੋਂ ਇਹ ਸਪਸ਼ਟ ਹੋ ਗਿਆ ਹੈ, ਜੋ ਗੁਰੂ ਅਰਜਨ ਨੂੰ ਯਾਸਾ ਦੇ ਕਾਨੂੰਨ ਅਨੁਸਾਰ ਸਜ਼ਾ ਜੋ ਮੰਗੋਲ ਸ਼ਹਿਨਸ਼ਾਹ ਜਹਾਂਗੀਰ ਨੇ ਦਿੱਤੀ, ਤਾਂ ਉਸ ਦੇ 2 ਕਾਰਨ ਸਨ। ਇੱਕ ਇਹ ਕਿ ਗੁਰੂ ਅਰਜਨ ਦਾ ਜੁਰਮ ਰਾਜਨੀਤਿਕ ਅਤੇ ਅਜਿਹਾ ਉਗਰ ਸੀ ਕਿ ਗੁਰੂ ਅਰਜਨ ਨੇ ਜੀਵਿਤ ਰਹਿਣ ਨਾਲ ਮੁਗਲਾਂ ਦੇ ਰਾਜ ਦਾ ਭਾਰਤ ਦੇ ਵਿੱਚ ਨਸ਼ਟ ਹੋਣ ਦਾ ਤੋਖੱਲਾ ਪੱਕਾ ਸਮਝਿਆ ਗਿਆ, ਅਤੇ ਦੂਜੇ ਗੁਰੂ ਦਾ ਆਤਮਿਕ ਔਜ ਇਤਨਾ ਬਲਵਾਨ ਮੰਨਿਆ ਗਿਆ ਕਿ ਉਹਨਾਂ ਨੂੰ ਮ੍ਰਿਤਿੂ ਦੰਡ ਉਬਲਦੀ ਦੇਗ ਵਿੱਚ ਪਾ ਕੇ ਦਰਿਆ ਵਿੱਚ ਰੋੜ ਕੇ ਦਿੱਤਾ ਗਿਆ। ਇਹੋ ਭਾਵ ਤੇ ਇਹੋ ਅਰਥ ਹਨ ਜਹਾਂਗੀਰ ਦੇ ਇਸ ਹੁਕਮ ਦੇ ਕਿ ਗੁਰੂ ਨੂੰ ਬ ਸਿਆਸਤ ਬ ਯਾਸਾ ਪ੍ਰਸਾਨੰਦ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਸੀਂ ਸੁਣ ਰਹੇ ਹੋ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ, ਜਿਸ ਦਾ ਅੱਜ ਤੁਸੀਂ ਸੁਣਿਆ 5ਵਾਂ ਅਧਿਆਇ ਯਾਸਾ ਤੇ ਗੁਰੂ ਅਰਜਨ। ਹੁਣ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ, ਤੇ ਜਲਦੀ ਹੀ ਲੈ ਕੇ ਆਵਾਂਗਾ ਇਸ ਕਿਤਾਬ ਦਾ 6ਵਾਂ ਅਧਿਆਇ, ਜਿਸ ਦਾ ਨਾਮ ਹੈ ਗੁਰੂ ਤੇਗ ਬਹਾਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।